ਵਿਚਾਰ ਅਤੇ ਕਿਰਦਾਰ ਜੋ ਕਿਸੇ ਵੀ ਆਮ ਮਨੁੱਖ ਦੇ ਵਿਚਾਰ ਹੁੰਦੇ ਹਨ ਕਿ ਉਹੀ ਉਸਦਾ ਕਿਰਦਾਰ ਹੁੰਦਾ ਹੈ, ਜਿਸ ਨੂੰ ਅਸੀਂ ਆਮ ਜੀਵਨ ਵਿੱਚ ਜਾਂ ਭਗਤੀ ਭਾਸ਼ਾ ਵਿੱਚ ਕਹਿੰਦੇ ਹਾਂ ਕਿ ਕਹਿਣੀ ਅਤੇ ਕਥਨੀ। ਕਿ ਕਹਿਣੀ ਤੇ ਕਥਨੀ ਵਿੱਚ ਫਰਕ ਹੈ, ਭਾਵ ਉਹਦੀ ਬੋਲਣੀ ਅਤੇ ਕਰਨੀ 'ਚ ਬਹੁਤ ਅੰਤਰ ਹੈ। ਇਹ ਅੰਤਰ ਮਿਟਦਾ ਕਿਉਂ ਨਹੀਂ? ਜੋ ਅਸੀਂ ਕਹਿਣ ਦੀ ਹਿੰਮਤ ਰੱਖਦੇ ਹਾਂ, ਜੋ ਅਸੀਂ ਬੋਲਣ ਦੀ ਹਿੰਮਤ ਰੱਖਦੇ ਹਾਂ, ਜਾਂ ਜੋ ਅਸੀਂ ਕਹਿ ਸਕਦੇ ਹਾਂ, ਜਾਂ ਅਸੀਂ ਜੋ ਬੋਲ ਸਕਦੇ ਹਾਂ, ਜਾਂ ਜਿੰਨਾ ਸਾਨੂੰ ਬੋਲਣ ਦਾ ਗਿਆਨ ਹੈ, ਓਨਾ ਅਸੀਂ ਕਰਨ ਦੀ ਹਿੰਮਤ ਕਿਉਂ ਨਹੀਂ ਰੱਖਦੇ? ਜਿਹੜਾ ਗਿਆਨ ਅਸੀਂ ਬੋਲਦੇ ਪਏ ਹਾਂ ਉਹ ਕੀਤੀ ਤੋਂ ਬਿਨਾਂ ਅਧੂਰਾ ਹੈ, ਕਿਉਂਕਿ ਅਸੀਂ ਕਰਮ ਜੂਨ ਹਾਂ। ਸਾਨੂੰ ਫਲ ਕਰਮ ਦਾ ਹੈ, ਜਿਸ ਨੂੰ ਕਹਿੰਦੇ ਨੇ ਇਲਮ ਦਾ ਨਹੀਂ, ਅਮਲ ਦਾ। ਇਲਮ ਹੋਣਾ ਇੱਕ ਸ਼ੁਰੂਆਤ ਹੈ ਕਿ ਹੁਣ ਅਸੀਂ ਕਰਨਾ ਹੈ। ਗਿਆਨ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਅਸੀਂ ਕਿਤਿਓਂ ਵੀ ਗਿਆਨ ਲੈਂਦੇ ਹਾਂ, ਚਾਹੇ ਗੁਰਬਾਣੀ ਚੋਂ, ਗੀਤਾ ਚੋਂ, ਬਾਈਬਲ ਵਿੱਚੋਂ, ਕੁਰਾਨ ਚੋਂ, ਜਾਂ ਕਿਸੇ ਮਹਾਂਪੁਰਖਾਂ ਦੇ ਮੂੰਹ ਅਸੀਂ ਇਹ, ਸੰਤਾਂ ਦੇ ਮਹਾਂਪੁਰਖਾਂ ਦੇ ਜ਼ਮਾਨੋਂ ਅਸੀਂ ਇਹ ਗਿਆਨ ਲੈਂਦੇ ਹਾਂ। ਉਹ ਇੱਕ ਸਮਝ ਹੈ, ਉਹ ਇੱਕ ਸਿੱਖਿਆ ਕਿ ਹਾਂ ਕਰਨਾ ਹੈ। ਪਰ ਅਸੀਂ ਤਾਂ ਸੁਣਨ ਔਰ ਪੜ੍ਹਨ ਤੱਕ ਹੀ ਸੀਮਿਤ ਰਹਿ ਗਏ, ਅਸੀਂ ਕਰਨੀ ਤੱਕ ਕਿਉਂ ਨਹੀਂ ਪਹੁੰਚੇ? ਕਿਉਂਕਿ ਫਲ ਤਾਂ ਕਰਨੀ ਨੂੰ ਮਿਲਣਾ ਨਾ। ਭਗਤੀ ਤਾਂ ਕਰਨੀ 'ਚ ਚਾਹੀਦੀ ਹੈ। ਕਰਨੀ ਉਹ ਨਹੀਂ ਕਿ ਅਸੀਂ ਕਿੰਨਾ ਚਿਰ ਬੈਠ ਕੇ ਸਿਮਰਨ ਕਰਦੇ ਹਾਂ, ਕਿੰਨਾ ਚਿਰ ਬੈਠ ਕੇ ਅਸੀਂ ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਯੱਗ ਕਰਦੇ ਹਾਂ, ਧਿਆਨ ਲਾਉਣੇ ਆ। ਅਸੀਂ ਕਿੰਨਾ ਚਿਰ ਆਪਣੇ ਕਰਮ ਵਿੱਚ ਨਿਤ ਪ੍ਰਤੀ ਦਿਨ, ਹਰ ਦਿਨ ਅਸੀਂ ਉਹ ਭਗਤੀ ਆਪਣੇ ਕਰਮਾਂ ਦੇ ਜ਼ਰੀਏ ਕਿੰਨਾ ਕਰਦੇ? ਜੋ ਸਾਨੂੰ ਗੁਰਬਾਣੀ ਸਿਖਾ ਰਹੀ ਹੈ, ਸਮਝਾ ਰਹੀ ਹੈ, ਜੋ ਸਾਨੂੰ ਹੋਰ ਵੇਦ ਗ੍ਰੰਥ ਸਿਖਾ ਰਹੇ ਨੇ, ਸਮਝਾ ਰਹੇ ਨੇ, ਕਿ ਉਹ ਸਾਡੀ ਕਰਨੀ ਵਿੱਚ ਹੈਗਾ। ਭਗਤੀ ਨਾ ਪੂਰਨ ਹੋਣ ਦੀ ਵਜ੍ਹਾ ਹੀ ਇੱਕ ਮਾਤਰ ਇਹ ਆ ਕਿ ਇਨਸਾਨ ਦੀ ਜ਼ੁਬਾਨ ਤੇ ਗਿਆਨ ਬਹੁਤ ਹੈ, ਉਹਦੇ ਪਹਿਰਾਵੇ ਵਿੱਚ ਗਿਆਨ ਬਹੁਤ ਹੈ, ਉਸਦੇ ਸਮਝਾਉਣ ਵਿੱਚ ਗਿਆਨ ਬਹੁਤ ਹੈ, ਉਸਦੇ ਪੜ੍ਹਨ ਵਿੱਚ, ਗਾਉਣ ਵਿੱਚ ਧਿਆਨ ਬਹੁਤ ਹੈ। ਪਰ ਗਿਆਨ ਕਿੱਥੇ ਨਹੀਂ ਹੈਗਾ? ਸਮਝਣ ਵਿੱਚ ਔਰ ਕਰਨ ਵਿੱਚ। ਇਨਸਾਨ ਕਿੱਥੋਂ ਪਿੱਛੇ ਹਟਦਾ? ਉਹ ਖੁਦ ਨਹੀਂ ਸਮਝਣਾ ਚਾਹੁੰਦਾ, ਉਹ ਸਮਝਾਉਣ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦਾ ਹੈ ਕਿ ਮੈਨੂੰ ਸਮਝਾਉਣਾ ਵਧੀਆ ਤਰੀਕੇ ਨਾਲ ਆਉਂਦਾ ਹੈ। ਤੇ ਅਸੀਂ ਵੀ ਆਮ ਤੌਰ ਤੇ ਉਹਨਾਂ ਨੂੰ ਹੀ ਅੱਛੇ ਮੰਨ ਲੈਂਦੇ ਹਾਂ ਜਿਹੜੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਉਂਦੇ ਨੇ। ਪਰ ਅਸੀਂ ਕੀ ਉਹਨਾਂ ਦੀ ਕਦੀ ਕਰਨੀ ਤੇ ਨਿਗਾਹ ਮਾਰੀ ਆ? ਕੀ ਇਹਨਾਂ ਦੀ ਕਰਨੀ ਵੀ ਉਹੀ ਹੀ ਹੈ ਜੋ ਇਹ ਕਹਿ ਰਹੇ ਹਨ? ਜੋ ਇਹ ਸਾਨੂੰ ਕਹਿ ਰਹੇ ਹਨ ਕਿ ਜੀਵਨ ਵਿੱਚ ਆਹ ਕੁਝ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਜੀਵਨ ਨੂੰ, ਇਬਾਦਤ ਨੂੰ ਅਪਣਾਉਣਾ ਚਾਹੀਦਾ ਹੈ, ਇਸ ਤਰ੍ਹਾਂ ਅਸੀਂ ਈਸ਼ਵਰ ਨੂੰ, ਵਾਹਿਗੁਰੂ ਨੂੰ ਪਾ ਸਕਦੇ ਹਾਂ, ਕਿ ਉਹ ਵੀ ਉਸੇ ਤਰ੍ਹਾਂ ਹੀ ਕਰ ਰਹੇ ਹਨ? ਕਿ ਉਹਨਾਂ ਦੀ ਕਰਨੀ ਵਿੱਚ ਇਹ ਸਿਧਾਂਤ, ਇਹ ਸਿੱਖਿਆ ਸਭ ਕੁਝ ਹੈ? ਬਹੁਤਾਤ ਗਿਣਤੀ ਇਥੋਂ ਨਾ ਆ ਹਾਰ ਜਾਂਦੀ ਆ ਕਿ ਉਹਨਾਂ ਦੀ ਕਰਨੀ ਵਿੱਚ ਇਹ ਚੀਜ਼ਾਂ ਅਜੇ ਤੱਕ ਨਹੀਂ ਆਈਆਂ। ਤੇ ਜਿਹਦੀ ਕਰਨੀ ਵਿੱਚ ਗਿਆਨ ਨਹੀਂ ਹੈਗਾ, ਉਸ ਦੀ ਸਿੱਖਿਆ ਨੂੰ ਮੰਨਣਾ ਹੀ ਤਾਂ ਸਭ ਤੋਂ ਵੱਡੀ ਮੂਰਖਤਾ ਹੈ, ਅਗਿਆਨਤਾ ਹੈ, ਭੇੜ ਚਾਲ ਹੈ। ਜਾਂ ਕਈ ਵਾਰ ਇਹ ਹੁੰਦਾ ਕਿ ਸਾਡੀ ਉਹ ਵੇਖਣੀ ਤੋਂ ਬਹੁਤ ਦੂਰ ਰਹਿੰਦਾ ਹੈ, ਭੀੜ ਵਿੱਚ ਹੁੰਦਾ, ਤੇ ਅਸੀਂ ਉਹਦੀਆਂ ਗੱਲਾਂ 'ਚ ਹੀ ਫਸ ਜਾਂਦੇ ਹਾਂ। ਤੇ ਉਹਤੇ ਇੱਕ ਸਿਆਣੀ ਕਹਾਵਤ ਆ, ਕਹਿੰਦੇ ਬਿਨਾਂ ਵਰਤਿਆਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਜਿਸ ਗਿਆਨ ਨਾਲ, ਜਿਸ ਸਾਧੂ ਸੰਤ ਨਾਲ ਤੁਹਾਡਾ ਵਾਹ ਹੀ ਨਹੀਂ ਪਿਆ, ਤੇ ਤੁਸੀਂ ਉਸ ਦਾ ਰਾਹ ਕਿਵੇਂ ਪਹਿਚਾਣ ਲਓਗੇ? ਅਸੀਂ ਉਸ ਦਾ ਰਾਹ ਕਿਵੇਂ ਪਹਿਚਾਣ ਲਾਂਗੇ? ਅਸੀਂ ਤਾਂ ਉਹਦੇ ਬਾਣੇ ਦੇ ਗਿਆਨ 'ਚ ਫਸੇ ਹੋਏ ਹਾਂ, ਜਾਂ ਉਹਦੀ ਜ਼ੁਬਾਨ ਦੇ ਗਿਆਨ ਵਿੱਚ ਫਸੇ ਹੋਏ ਹਾਂ, ਜਾਂ ਅਸੀਂ ਉਹਦੀ ਭੀੜ ਦੇ ਗਿਆਨ ਵਿੱਚ ਫਸੇ ਹੋਏ ਕਿ ਇਹਨੂੰ ਭੀੜ ਬਹੁਤ ਮੰਨਦੀ ਆ, ਇਹਦੀਆਂ ਗੱਲਾਂ ਬਹੁਤ ਵਧੀਆ ਨੇ, ਇਹ ਸਮਝਾਉਂਦਾ ਬੜੇ ਤਰੀਕੇ ਨਾਲ ਹੈ, ਇਹਦਾ ਬਾਣਾ ਵੇਖੋ, ਇਹਦਾ ਲਿਬਾਸ ਵੇਖੋ, ਪੂਰਾ ਧਰਮ ਵਿੱਚ ਭਿੱਜਿਆ ਹੋਇਆ ਹੈ।
ਪਰ ਕੀ ਉਸ ਦਾ ਕਰਮ ਵੀ ਧਰਮ ਵਿੱਚ ਭਿੱਜਿਆ ਹੋਇਆ ਹੈ? ਕਿਉਂਕਿ ਧਰਮ ਤਾਂ ਇੱਕੋ ਹੀ ਹੈ ਸਾਰੇ ਸੰਸਾਰ ਵਿੱਚ, ਚਾਹੇ ਉਹ ਹਿੰਦੂ ਮਤ ਹੈ, ਚਾਹੇ ਉਹ ਸਿੱਖ ਮਤ ਹੈ, ਚਾਹੇ ਉਹ ਈਸਾਈ ਆ, ਊਚ ਹੈ, ਨੀਚ ਹੈ, ਧਰਮ ਇੱਕੋ ਥਾਂ ਚੋਂ ਹੀ ਪੈਦਾ ਹੁੰਦਾ ਹੈ, ਕਰਮ ਵਿੱਚੋਂ। ਜਨਮ ਵਿੱਚੋਂ ਕਦੀ ਵੀ ਇਨਸਾਨ ਦਾ ਧਰਮ ਕੋਈ ਵੀ ਨਹੀਂ ਬਣਦਾ। ਸਿੱਖ ਕਰੇ ਸਿੱਖ, ਹਿੰਦੂ ਕਰੇ ਹਿੰਦੂ, ਮੁਸਲਮਾਨ ਕਰੇ ਮੁਸਲਮਾਨ, ਈਸਾਈ ਕਰੇ ਈਸਾਈ। ਇਹ ਤੁਸੀਂ ਕਹਿ ਰਹੇ ਹੋ। ਪਹਿਲੀ ਤਾਂ ਗੱਲ, ਫਿਰ ਇਸ ਤੋਂ ਜੇ ਹੋਰ ਪਿੱਛੇ ਜਾਈਏ, ਹਿੰਦੂ ਮੁਸਲਿਮ ਸਿੱਖ ਈਸਾਈ ਆਏ ਕਿੱਥੋਂ? ਜਿਸ ਦੇ ਇੱਕ ਸੰਸਾਰ 'ਚ ਬੜੀ ਦੌੜ ਲੱਗੀ ਹੋਈ ਹੈ, ਆਹ ਧਰਮ ਬੜਾ ਪੁਰਾਣਾ ਹੈ, ਤੇ ਉਸ ਤੋਂ ਪੁਰਾਣੇ ਚਲ ਜਾਓ। ਅਸੀਂ ਕਿਸੇ ਵੀ ਧਰਮ ਨੂੰ ਮੰਨ ਲਓ ਪੁਰਾਣਾ ਲੈ ਰਹੇ ਹਾਂ ਕਿ ਇਹ ਧਰਮ ਬਹੁਤ ਪੁਰਾਣਾ ਹੈ, ਉਸ ਦੀ ਪੁਰਾਣਤਾ ਵੱਲ ਵੀ ਚਲ ਜਾਓ ਕਿ ਜਦੋਂ ਇਸ ਸੰਸਾਰ ਤੇ ਈਸ਼ਵਰ ਨੇ ਇੱਕ ਬੰਦਾ ਭੇਜਿਆ ਸੀ, ਆਦਮ ਭੇਜਿਆ ਸੀ, ਕਿ ਉਹ ਧਰਮ ਵਿੱਚ ਕਿਸੇ ਵਿੱਚ ਹੈਗਾ ਸੀ? ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਸਾਲ ਲੱਗੇ ਇਨਸਾਨ ਨੂੰ ਡਿਵੈਲਪ ਹੋਣ ਨੂੰ, ਫਿਰ ਪਤਾ ਨਹੀਂ ਕਿੱਥੋਂ ਧਰਮ ਦੀਆਂ ਦੀਵਾਰਾਂ ਆ ਗਈਆਂ। ਤੇ ਜੇ ਪੁਰਾਣੇ ਤੋਂ ਪੁਰਾਣੀ ਚੀਜ਼ ਖੋਜਣੀ ਹੈ ਕਿ ਇਨਸਾਨ ਕਿਹੜੇ ਧਰਮ ਦਾ ਸੀ, ਇਨਸਾਨ ਇਨਸਾਨੀਅਤ ਦਾ ਧਰਮ ਦਾ ਹੀ ਸੀ ਪੁਰਾਣੇ ਤੋਂ ਪੁਰਾਣਾ। ਅੱਜ ਅਸੀਂ ਧਰਮ ਦੀ ਵਿਚਾਰ ਇੰਨੀ ਜ਼ਿਆਦਾ ਗਹਿਰੀ 'ਚ ਨਹੀਂ ਕਰਾਂਗੇ। ਅੱਜ ਅਸੀਂ ਕਰਨੀ ਦੀ ਗੱਲ ਕਰ ਰਹੇ ਹਾਂ ਕਿ ਉਹ ਜਿਹੜਾ ਗਿਆਨ ਹੈ ਉਹਦੇ ਬਾਣੇ ਤੱਕ ਸੀਮਤ ਹੈ, ਉਹਦੇ ਜ਼ੁਬਾਨ ਤੱਕ ਸੀਮਤ ਹੈ, ਉਹਦੇ ਸਮਝਾਉਣ ਤੱਕ ਸੀਮਤ ਹੈ, ਕਿ ਜਾਂ ਉਸ ਦੀ ਕਰਨੀ ਵਿੱਚੋਂ ਹੈ। ਕਿਉਂਕਿ ਅਸਲੀ ਜਿਹੜਾ ਗਿਆਨ ਹੈ ਉਹ ਕਰਨੀ ਤੋਂ ਬਿਨਾਂ ਸਮਝ ਨਹੀਂ ਆਣਾ। ਕਿਉਂਕਿ ਅਨੁਭਵ ਜਿਹੜਾ ਹੈ, ਅਭਿਆਸ ਜਿਹੜਾ ਹੈ, ਉਹ ਸਾਨੂੰ ਅਸਲ ਰਾਹ ਦਿਖਾਉਂਦਾ ਹੈ, ਪੜ੍ਹ ਸੁਣ ਕੇ ਨਹੀਂ। ਕਿਉਂਕਿ ਕਈ ਹਿਸਟਰੀਆਂ ਬਹੁਤ ਹੈ, ਕਈ ਸਟੋਰੀਆਂ ਬਹੁਤ ਹੈ, ਅਸੀਂ ਮੰਨੀ ਜਾਂਦੇ ਹਾਂ ਸੱਚ, ਪਰ ਜਿੰਨਾ ਚਿਰ ਅਸੀਂ ਉਸਨੂੰ ਅਜਮਾ ਕੇ ਹੀ ਨਹੀਂ ਵੇਖਿਆ ਕਿਸੇ ਚੀਜ਼ ਨੂੰ। ਜਿਸ ਦੀ ਇੱਕ ਛੋਟੀ ਜਿਹੀ ਉਦਾਹਰਨ ਦਊਂਗਾ, ਛੋਟੀ ਤੋਂ ਛੋਟੀ। ਇੱਕ ਬਨੇ ਚੀਨੀ ਵੀ ਬਰੀਕ ਕਰਤੀ ਹੈ, ਨਮਕ ਵੀ ਬਰੀਕ ਕਰਤਾ, ਤੁਹਾਡੇ ਦੋਵਾਂ ਤਲੀਆਂ ਤੇ ਪਏ ਹੋਏ ਨੇ, ਦੋਵਾਂ ਦੀ ਰੂਪ ਰੰਗਤ ਇੱਕੋ ਜਿਹੀ ਆ। ਹੁਣ ਤੈਨੂੰ ਸਮਝਾਉਣ ਵਾਲਾ ਕਹਿੰਦਾ ਪਿਆ, ਭਾਈ ਤੇਰੇ ਸੱਜੇ ਹੱਥ ਤੇ ਨਮਕ ਆ, ਖੱਬੇ ਹੱਥ ਤੇ ਚੀਨੀ ਆ। ਦੂਸਰਾ ਉਹਦਾ, ਨਹੀਂ ਤੇਰੇ ਖੱਬੇ ਹੱਥ ਤੇ ਚੀਨੀ ਆ, ਸੱਜੇ ਹੱਥ ਤੇ ਨਮਕ ਆ, ਉਲਟ ਕਰ ਦਿੰਦਾ ਉਹ। ਤੁਸੀਂ ਤਾਂ ਦੁਬਿਧਾ ਵਿੱਚ ਆ ਗਏ। ਤੁਸੀਂ ਉਸ ਦੁਬਿਧਾ ਨਾਲ ਲੜਦੇ ਰਹੇ, ਫਲਾਣਾ ਬੰਦਾ ਕੀ ਕਹਿੰਦਾ, ਉਹ ਬੰਦਾ ਕੀ ਕਹਿੰਦਾ, ਉਹ ਸਾਧੂ ਕੀ ਕਹਿੰਦਾ, ਉਹ ਸੰਤ ਕੀ ਕਹਿੰਦਾ, ਉਹਦੀ ਵਿਚਾਰਧਾਰਾ ਕਿਹੋ ਜਿਹੀ ਆ। ਅਸੀਂ ਐਸੇ ਹੀ ਛੇਸ਼ੋ ਪੰਜ ਵਿੱਚ ਦੁਬਿਧਾ ਵਿੱਚ ਲੜਦੇ ਰਹੇ, ਪਰ ਅਸੀਂ ਹਿੰਮਤ ਨਹੀਂ ਕਰ ਪਾਏ ਕਿ ਉਹ ਤਲੀ ਤੋਂ ਥੋੜੀ ਜਿਹੀ ਜ਼ੁਬਾਨ ਲੱਗ ਕੇ ਚੱਕ ਕੇ ਤੇ ਆਪਣਾ ਕੰਮ ਨਿਬੇੜ ਲਈਏ। ਅਸੀਂ ਉਹਦਾ ਸਵਾਦ ਖੁਦ ਕਿਉਂ ਨਹੀਂ ਵੇਖ ਲੈਂਦੇ? ਅਸੀਂ ਵੇਖੀਏ, ਜ਼ੁਬਾਨ ਲਾਈਏ, ਜ਼ੁਬਾਨ ਨੇ ਤੁਹਾਡੇ ਨਾਲ ਝੂਠ ਬੋਲਣਾ ਹੀ ਨਹੀਂ। ਉਹਨੇ ਫਟ ਦੱਸ ਦੇਣਾ। ਅੱਖਾਂ ਨੂੰ ਸ਼ਾਇਦ ਧੋਖਾ ਹੋ ਗਿਆ ਵੀ ਦੋਵੇਂ ਚਿੱਟੇ ਨੇ, ਪਤਾ ਹੀ ਨਹੀਂ ਕੌਣ ਹੈ। ਪਰ ਜਦੋਂ ਅਸੀਂ ਕਰਮ ਕੀਤਾ, ਜਦੋਂ ਜ਼ੁਬਾਨ ਨੂੰ ਉਸ ਨੂੰ ਟੱਚ ਕੀਤਾ ਸੀ, ਤੇ ਉਹਨੇ ਫਟ ਦੱਸ ਦਿੱਤਾ ਵੀ ਕਿਹੜਾ ਨਮਕ ਆ ਤੇ ਕਿਹੜੀ ਚੀਨੀ ਆ। ਇਹੀ ਗਿਆਨ ਹੈ। ਜਦੋਂ ਇਹਨੂੰ ਮਨ ਟੱਚ ਕਰ ਦੇਗਾ, ਮਨ ਜੁੜ ਜਾਏਗਾ, ਉਹ ਆਪਣੇ ਆਪ ਹੀ ਇਸ ਦੀ ਸੱਚ ਔਰ ਝੂਠ ਦੀ ਪਰਖ ਕਰਕੇ ਤੁਹਾਡੇ ਸਾਹਮਣੇ ਰੱਖ ਦੇਗਾ। ਬਾਹਰ ਦੀ ਤਰਕ ਵਿਚਾਰ ਆਪਣੇ ਆਪ ਹੀ ਮੁੱਕ ਜਾਏਗੀ। ਅਸੀਂ ਗੁਰਬਾਣੀ ਨੂੰ, ਗੀਤਾ ਨੂੰ, ਸਤਸੰਗ ਨੂੰ, ਬਾਈਬਲ ਨੂੰ, ਕੁਰਾਨ ਨੂੰ ਪੜ੍ਹਨ ਤੱਕ ਸੀਮਤ ਰੱਖਿਆ ਹੋਇਆ ਹੈ, ਜਾਂ ਸਮਝਾਉਣ ਤੱਕ ਸੀਮਤ ਰੱਖਿਆ ਹੋਇਆ। ਇਸ ਨੂੰ ਅਸੀਂ ਅਮਲ ਵਿੱਚ ਨਹੀਂ ਲਿਆਂਦਾ ਅਜੇ। ਤੇ ਜਦੋਂ ਗੁਰਬਾਣੀ ਦਾ ਕਿਹਾ, ਇਹਨਾਂ ਵੇਦਾਂ ਗ੍ਰੰਥਾਂ ਦਾ ਕਿਹਾ ਹੋਇਆ ਅਸੀਂ ਕਰਾਂਗੇ, ਤੇ ਸਾਨੂੰ ਠੋਸ ਵਜੂਦ, ਠੋਸ ਸਬੂਤ, ਠੋਸ ਵਿਸ਼ਵਾਸ ਹੋਵੇਗਾ, ਹਾਂ ਇਹ ਸੱਤ, ਉਹੀ ਸਾਡਾ ਅਨੁਭਵ ਹੈ, ਉਹੀ ਸਾਡੀ ਆਪਣੀ ਕਮਾਈ ਆ। ਹਰ ਇਨਸਾਨ ਅਭਿਆਸ ਤੋਂ ਡਰਦਾ, ਹਰ ਇਨਸਾਨ ਅਮਲ ਤੋਂ ਡਰਦਾ ਹੈ, ਪਰ ਅਮਲਾਂ ਦੇ ਬਿਨਾ ਅਮਲ ਨਹੀਂ ਕੱਟੇ ਜਾਂਦੇ। ਜੇ ਪੜ ਕੇ ਹੀ ਅਮਲ ਕੱਟੇ ਜਾਂਦੇ ਹੋਣ ਤਾਂ ਅਸੀਂ ਕਰਮ ਜੂਨ ਕਿਉਂ ਆ? ਸੁਣ ਕੇ ਹੀ ਜੇ ਕੱਟੇ ਜਾਂਦੇ ਹੋਣ ਤੇ ਅਸੀਂ ਕਰਮ ਜੂਨ ਕਿਉਂ? ਕਰਮਾਂ ਨੇ ਕਰਮਾਂ ਦੇ ਨਾਲ ਹੀ ਨਿਬੇੜਾ ਹੋਣਾ ਹੈ। ਕੋਈ ਕਰਮ ਕੀਤੇ ਆ ਤੇ ਕਰਮ ਕਰਨੇ ਪੈਣੇ। ਅੱਜ ਅਸੀਂ ਗੱਲ ਕਰੀਏ
ਮੈਂ ਗੁਰੂ ਸਾਹਿਬਾਨਾਂ ਦੀ ਗੱਲ ਕਰਾਂਗਾ ਕਿ ਅਸੀਂ ਗੁਰੂ ਸਾਹਿਬਾਨਾਂ ਦਾ ਜਿਹੜਾ ਵਿਚਾਰ ਆ ਇਸ ਦੀ ਗੱਲ ਕਰਾਂਗੇ ਕਿ ਜੋ ਇਨਸਾਨ ਦੇ ਅੰਦਰ ਹੁੰਦਾ ਇਹ ਕਰਨੀ ਕਿਉਂ ਨਹੀਂ ਆਈ ਸਾਨੂੰ ਕਰਨੀ, ਕਿਉਂਕਿ ਮੈਂ ਸ਼ਾਇਦ ਉਹਨਾਂ ਮਜ਼ਬੂਤ ਨਹੀਂ ਬਣ ਪਾਇਆ ਅੰਦਰੋਂ, ਮੈਨੂੰ ਪਰਮਾਤਮਾ ਦਾ ਸ਼ਾਇਦ ਵਿਸ਼ਵਾਸ ਨਹੀਂ ਬਣ ਪਾਇਆ, ਮੈਨੂੰ ਪਰਮਾਤਮਾ ਦਾ ਸ਼ਾਇਦ ਪ੍ਰੇਮ ਨਹੀਂ ਬਣ ਪਾਇਆ, ਮੈਨੂੰ ਸ਼ਾਇਦ ਇੱਕ ਜਾਗਰੂਕਤਾ ਨਹੀਂ ਅੰਦਰੋਂ ਆਈ, ਇਸ ਕਰਕੇ ਮੈਂ ਕਰਨੀ ਤੋਂ ਦੂਰ ਰਿਹਾ। ਪਰ ਜਿਹੜਾ ਅਭਿਆਸੀ ਬਣ ਜਾਂਦਾ ਉਹਦੇ ਅੰਦਰ ਹਿੰਮਤ ਆਉਣੀ ਸੁਭਾਵਕ ਆਵੇਗੀ, ਫਿਰ ਉਹ ਆਪਣੀ ਕਰਨੀ ਵਿੱਚ ਭਗਤੀ ਅਪਣਾਵੇਗਾ। ਮਤਲਬ ਹੁਣ ਉਹਦੀ ਕਹਿਣੀ ਤੇ ਉਹਦੀ ਕਰਨੀ ਇੱਕ ਆ। ਇੱਕ ਵਿਚਾਰ ਉਹ ਸੀ ਜਿਹੜੀ ਉਹ ਸੁਣ ਕੇ ਕਰ ਰਿਹਾ ਸੀ ਜਾਂ ਪੜ੍ਹ ਕੇ ਕਰ ਰਿਹਾ ਸੀ। ਕਿਤੋਂ ਸੁਣੀ, ਅਸੀਂ ਗੁਰਬਾਣੀ ਸੁਣੀ, ਵਿਚਾਰ ਕੀਤੀ, ਹੋਰ ਵੇਦ ਗ੍ਰੰਥ ਸੁਣੇ, ਵਿਚਾਰ ਕੀਤੀ, ਅਸੀਂ ਕਿਸੇ ਸਾਧੂ ਸੰਤ ਦੀ ਬਾਣੀ ਸੁਣੀ, ਕਿਸੇ ਪ੍ਰਚਾਰਕ ਦੀ ਗੱਲ ਸੁਣੀ, ਵਿਚਾਰ ਕੀਤੀ। ਉਹ ਵਿਚਾਰ ਹੁਣ ਤੁਹਾਡਾ ਅਭਿਆਸ ਬਣਨਾ ਚਾਹੀਦੀ ਹੈ। ਜਦੋਂ ਅਭਿਆਸ ਕਰਾਂਗੇ, ਮਿਹਨਤ ਕਰਾਂਗੇ, ਉਸ ਨੂੰ ਕਰਮ ਵਿੱਚ ਲਿਆਵਾਂਗੇ, ਅਮਲ ਵਿੱਚ ਲਿਆਵਾਂਗੇ, ਫਿਰ ਇੱਕ ਹੋਰ ਵਿਚਾਰ ਪੈਦਾ ਹੋਵੇ। ਕਿਹੜੀ? ਹੁਣ ਤੁਹਾਡੇ ਅੰਦਰੋਂ ਵਿਚਾਰ ਪੈਦਾ ਹੋਵੇਗੀ। ਮੈਂ ਸੁਣੀ ਤਾਂ ਆਹ ਗੱਲ ਸੀ, ਮੈਂ ਪੜ੍ਹੀ ਤਾਂ ਆਹ ਗੱਲ ਸੀ, ਪਰ ਮੇਰਾ ਜਿਹੜਾ ਤਜਰਬਾ ਉਹ ਵਿਚਾਰ ਆ ਕਹਿੰਦਾ ਪਿਆ, ਉਹ ਵਿਚਾਰ ਸੱਚੀ ਆਵੇਗੀ। ਫਿਰ ਉਸ ਵਿਚਾਰ ਨੂੰ ਗੁਰਬਾਣੀ ਨਾਲ, ਹੋਰ ਵੇਦਾਂ ਗ੍ਰੰਥਾਂ ਨਾਲ, ਸਾਧੂ ਸੰਤ ਨਾਲ ਫਿਰ ਵਿਚਾਰ ਸਾਂਝੀ ਕਰੋ। ਹਾਂ, ਅੱਜ ਤਾਰ ਇੱਕ ਹੋਈ ਹੈ, ਅੱਜ ਵਿਚਾਰ ਇੱਕ ਹੋਈ ਹੈ, ਅੱਜ ਸ਼ਬਦ ਇੱਕ ਹੋਇਆ ਹੈ। ਜਦੋਂ ਮੇਰੀ ਅੰਤਰਾਤਮਾ ਨੇ ਪ੍ਰਤੱਖ ਰੂਪ ਵਿੱਚ ਵੇਖ ਲਿਆ ਕਿ ਹਾਂ, ਕਰਕੇ ਵੇਖਿਆ ਹੈ, ਅਨੁਭਵ ਕੀਤਾ ਹੈ, ਉਹ ਜਿਹੜੀ ਵਿਚਾਰ ਪੈਦਾ ਹੋਈ ਉਹ ਕਿੱਥੋਂ ਹੋਈ? ਕਰਨੀ ਚੋਂ। ਕਿਉਂ ਕੀਤਾ ਸੀ? ਉਹਦਾ ਤਜਰਬਾ ਕੀਤਾ ਸੀ। ਜਿੰਨਾ ਈਸ਼ਵਰ ਦਾ ਅਨੁਭਵ ਕੀਤਾ, ਚਾਹੇ ਕਿਸੇ ਕੰਮ ਦਾ ਵੀ ਤਜਰਬਾ ਕੀਤਾ। ਕਿਸੇ ਵਕੀਲ ਨੇ ਆਪਦਾ ਤਜਰਬਾ ਕੀਤਾ, ਕੇਸ ਲੜਨ ਦਾ ਉਹਨੇ ਧਾਰਾ ਬਣਾਤੀ, ਜਾਂ ਉਹਨੇ ਆਪਦਾ ਤਜਰਬਾ ਲਿਖਤਾ ਵੀ ਇਸ ਕੇਸ ਨੂੰ ਇੰਝ ਲੜਿਆ ਜਾਂਦਾ। ਡਾਕਟਰ ਨੇ ਆਪਣਾ ਤਜਰਬਾ ਕੀਤਾ, ਬਿਮਾਰੀਆਂ ਨਵੀਆਂ ਤੇ ਤਜਰਬੇ ਕੀਤੇ, ਨਵੀਆਂ ਦਵਾਈਆਂ ਆਈਆਂ, ਉਹ ਵਿਚਾਰ ਉਹਨੇ ਕਿਤਾਬਾਂ 'ਚ ਲਿਖਤੀ, ਅੱਜ ਉਹ ਸਿੱਖਿਆ ਬਣ ਗਈ। ਇਸੇ ਤਰ੍ਹਾਂ ਹੀ ਗੁਰਬਾਣੀ ਕਿੱਥੋਂ ਆਈ? ਇਹ ਉਹਨਾਂ ਸਾਧੂ ਸੰਤਾਂ ਦੇ, ਗੁਰੂਆਂ ਦੇ ਤਜਰਬੇ ਵਿੱਚੋਂ, ਅਨੁਭਵ ਵਿੱਚੋਂ, ਇਬਾਦਤ ਵਿੱਚੋਂ ਨਿਕਲੀ ਹੈ। ਜੋ ਉਹਨਾਂ ਨੇ ਉਸ ਈਸ਼ਵਰ ਨੂੰ, ਉਸ ਵਾਹਿਗੁਰੂ ਨੂੰ, ਉਸ ਮੌਲਾ ਨੂੰ, ਉਸ ਅੱਲਾ ਨੂੰ ਅਨੁਭਵ ਕੀਤਾ, ਜਿਸ ਨੇ ਜਿੰਨਾ ਅਨੁਭਵ ਕੀਤਾ। ਇਸ ਦੇ ਵਿੱਚ ਇੱਕ ਮੈਂ ਛੋਟੀ ਜੀ ਵਿਚਾਰ ਪਾਵਾਂਗਾ ਜੋ ਮੈਂ ਇੱਕ ਸੁਣਿਆ, ਕਿਉਂਕਿ ਇੱਕ ਵਿਚਾਰਾਂ ਦੀ ਇੰਨੀ ਕੁ ਅਰਜ਼ ਕਬੂਲ ਕਰੋ। ਜਿਹੜੀਆਂ ਵਿਚਾਰਾਂ ਹੁੰਦੀਆਂ ਨੇ ਇਹ ਨਹੀਂ ਵੇਖਣੀਆਂ ਹੁੰਦੀਆਂ ਕਿੱਥੋਂ ਦੀਆਂ ਨੇ, ਕਿਹਦੀਆਂ ਨੇ। ਅਸੀਂ ਤਾਂ ਇੱਕ ਸਿੱਖਿਆ ਲੱਭਣੀ, ਨਿਚੋੜ, ਜਿਸ ਨੂੰ ਕਹਿੰਦੇ ਮੋਰਲ। ਇਸ ਕਹਾਣੀ ਦਾ, ਇਸ ਐਗਜ਼ਾਮਪਲ ਦਾ, ਇਸ ਉਦਾਹਰਨ ਦਾ ਮੋਰਲ ਕੀ ਹੈ? ਕਹਿੰਦੇ ਕਿਸੇ ਨੇ, ਸਾਧੂ ਸੰਤ ਨੇ ਜਾਂ ਕਿਸੇ ਸਿਆਣੇ ਪੁਰਸ਼ ਨੇ ਕਹਿੰਦੇ ਵੀ ਇੱਕ ਗੱਲ ਸੁਣਾਈ ਕਿ ਜਦੋਂ ਇਹ ਗੁਰੂ ਨਾਨਕ ਦੇ ਮਹਾਰਾਜ ਤੋਂ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਬਾਣੀ ਇਕੱਤਰਿਤ ਕੀਤੀ ਗਈ, ਜਿਸ ਤਰ੍ਹਾਂ ਹੋਰ ਭਗਤਾਂ ਨੇ ਜਿਹੜੇ ਗੁਰੂਆਂ ਤੋਂ ਪਹਿਲੋਂ ਆਏ ਸੀ। ਕਿਤੇ ਕਹਿੰਦੇ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਸ਼ੁਰੂ ਹੋ ਗਈ, ਲਿਖਣਾ ਸ਼ੁਰੂ ਹੋ ਗਿਆ, ਤਾਂ ਉਦੋਂ ਕਈ ਐਵੇਂ ਹੀ ਕਹਿੰਦੇ ਮਹਾਂਪੁਰਖ ਸਾਧੂ ਸੰਤ ਆਪਣੀ ਲਿਖਤਾਂ ਲੈ ਕੇ ਆ ਗਏ ਕਿ ਸਾਡੀ ਲਿਖਤ ਨੂੰ ਵੀ ਇਸ ਵਿੱਚ ਦਰਜ ਕੀਤਾ ਜਾਵੇ। ਮਹਾਰਾਜ ਨੇ ਰੱਖ ਲਈਆਂ, ਪਰ ਉਹਨਾਂ ਨੇ, ਮਹਾਰਾਜ ਨੇ ਉਹਨਾਂ ਦਾ ਨਿਚੋੜ ਵੇਖਿਆ ਕਿ ਇਹ ਲਿਖਤਾਂ ਕੱਚੀਆਂ ਨੇ ਕਿ ਪੱਕੀਆਂ ਨੇ, ਇਹ ਨਕਲਾਂ ਦੀਆਂ ਨੇ ਜਾਂ ਅਮਲਾਂ ਦੀਆਂ ਨੇ, ਇਹ ਇਹਨਾਂ ਦਾ ਨਿਚੋੜ ਹੈ ਜਾਂ ਚੋਰੀ ਦੀਆਂ ਨੇ। ਉਹਦੇ ਵਿੱਚ ਸਿਰਫ ਉਹੀ ਗੁਰਬਾਣੀ ਵਿੱਚ ਉਹੀ ਸ਼ਬਦ, ਉਹੀ ਅੱਖਰ, ਉਹੀ ਸ਼ਲੋਕ, ਉਹੀ ਕਹਿੰਦੇ ਸਿੱਖਿਆ ਅੰਕਿਤ ਹੋਈ, ਜਿਸ ਵਿੱਚ ਦੋ ਚੀਜ਼ਾਂ, ਆਤਮਾ ਤੇ ਪਰਮਾਤਮਾ, ਜਿਹੜਾ ਨਿਚੋੜ ਸੀ ਉਹ। ਮਤਲਬ ਕਿ ਜਿਹੜੇ ਕਿ ਸੁਣ ਕੇ ਨਹੀਂ ਵਿਚਾਰ ਪੈਦਾ ਹੋਏ ਸੀ, ਜਿਹੜੀ ਕਿ ਕਰਨੀ ਤੋਂ ਬਾਅਦ ਵਿਚਾਰ ਪੈਦਾ ਹੋਈ। ਭਾਵ ਉਹਨਾਂ ਦੇ ਅਭਿਆਸ 'ਚ ਜਿਹੜੀ ਵਿਚਾਰ ਨਿਕਲੀ ਨਾ, ਉਸ ਵਿਚਾਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਸਿਖਾਉਣ ਲਈ, ਸਾਨੂੰ ਸਮਝਾਉਣ ਦੇ ਲਈ ਅੰਕਿਤ ਕੀਤਾ ਗਿਆ। ਹੁਣ ਇੱਥੋਂ ਅਸੀਂ ਇਸ ਵਿਚਾਰ ਤੋਂ ਕੀ ਪਤਾ ਲਾ ਸਕਦੇ ਹਾਂ ਕਿ ਸਾਡੇ ਗੁਰੂਆਂ ਦਾ, ਉਹਨਾਂ ਪੀਰਾਂ ਦਾ, ਸਾਧੂਆਂ ਦਾ ਕਿਰਦਾਰ ਕਿਹੋ ਜਿਹਾ ਸੀ? ਕਿਉਂਕਿ ਉਸ ਵਿਚਾਰ ਤੋਂ ਪਤਾ ਲੱਗ ਸਕੇਗਾ ਕਿ ਉਹਨਾਂ ਦਾ ਕਿਰਦਾਰ ਕਿਹੋ ਜਿਹਾ ਰਿਹਾ ਹੋਵੇਗਾ। ਤੇ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹੀਏ, ਉਹਦੇ ਵਿੱਚ ਕਿਤੇ ਵੀ ਤਾਕਤ ਨੂੰ, ਜਾਂ ਕਿਤੇ ਜਾਦੂ ਨੂੰ, ਜਾਂ ਕਿਤੇ ਮੈਜਿਕ ਨੂੰ,
ਕਿਤੇ ਵੀ ਥਾਂ ਨਹੀਂ ਦਿੱਤੀ ਗਈ। ਜਿਸ ਨੂੰ ਕਹਿੰਦੇ ਨੇ ਭੰਡ ਨੂੰ, ਜਿਸ ਨੂੰ ਕਹਿੰਦੇ ਨੇ ਝੂਠ ਨੂੰ, ਜਿਸ ਨੂੰ ਕਹਿੰਦੇ ਨੇ ਦਿਖਾਵੇ ਨੂੰ, ਅੰਧ ਵਿਸ਼ਵਾਸ ਨੂੰ, ਅੰਧ ਭਗਤੀ ਨੂੰ, ਇਹ ਦੁਨੀਆ ਦੀ ਰੀਤ ਰਿਵਾਜ ਨੂੰ ਕਿਤੇ ਵੀ ਜਗ੍ਹਾ ਨਹੀਂ ਦਿੱਤੀ ਗਈ। ਤੀਰਥਾਂ ਨੂੰ ਪੂਜਣਾ, ਮੁਰਦੇ ਉਠਾਉਣੇ, ਬਿਮਾਰੀਆਂ ਠੀਕ ਕਰਨੀਆਂ, ਕਿਸੇ ਨੂੰ ਪੁੱਤਰ ਪੋਤਰੇ ਦੇਣੇ, ਕੰਮ ਧੰਦਿਆਂ 'ਚ ਬਰਕਤਾਂ ਪੈਣੀਆਂ, ਤੀਰਥਾਂ ਨੂੰ ਪੂਜਣਾ ਮੰਨਣਾ, ਚੂੜੀਆਂ ਭਰਨੀਆਂ, ਇਸ਼ਨਾਨ ਕਰਨੇ ਜਾਂ ਹੋਰ ਜਨੇਊ ਪਾਉਣੇ, ਇਹ ਜਿੰਨੇ ਵੀ ਸੁਨਤਾਂ ਸਭ ਦਾ ਮਹਾਰਾਜ ਨੇ ਉਹਦੇ ਵਿੱਚ ਖੰਡਨ ਕੀਤਾ। ਭਾਵ ਕਿ ਉਹਨਾਂ ਦਾ ਕਿਰਦਾਰ ਕਿਹੋ ਜਿਹਾ ਰਿਹਾ ਹੋਊਗਾ, ਕਿੰਨਾ ਉੱਚਾ ਉਹਨਾਂ ਦਾ ਕਿਰਦਾਰ ਹੋਵੇਗਾ। ਪਰ ਅੱਜ ਅਸੀਂ ਆਪਣੇ ਇਤਿਹਾਸ ਵਿੱਚ ਵੇਖਦੇ ਹਾਂ, ਸਾਨੂੰ ਕੀ ਸਿਖਾਇਆ ਜਾਂਦਾ ਕਿ ਸਾਡੇ ਗੁਰੂ ਪੀਰ ਜਾਦੂਗਰ ਸੀ। ਉਹਨਾਂ ਨੇ ਲੜਾਈਆਂ ਲੜੀਆਂ ਜਾਦੂ ਨਾਲ, ਤਾਕਤਾਂ ਨਾਲ। ਸਾਡੇ ਗੁਰੂਆਂ ਪੀਰਾਂ ਨੇ ਮੁੰਡੇ ਵੰਡੇ, ਪੋਤਰੇ ਵੰਡੇ, ਇਹ ਵੰਡੇ, ਬਿਮਾਰੀਆਂ ਠੀਕ ਕੀਤੀਆਂ। ਜਦੋਂ ਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਗੁਰਬਾਣੀ ਆ ਉਹ ਤੋਂ ਇਸ ਤੋਂ ਵੀ ਉਲਟ ਜਾ ਰਹੀ। ਅਸੀਂ ਫਿਰ ਕਹਾਣੀਆਂ ਕਿੱਥੋਂ ਲੈ ਆਏ? ਇਤਿਹਾਸ ਦੀਆਂ ਕਹਾਣੀਆਂ ਨੇ ਸਾਨੂੰ ਦੁਬਿਧਾ 'ਚ ਪਾ ਰੱਖਿਆ, ਕਿਉਂਕਿ ਕਹਾਣੀਆਂ ਸਾਨੂੰ ਜਲਦੀ ਸੱਚੀਆਂ ਲੱਗਦੀਆਂ ਨੇ। ਗੁਰਬਾਣੀ ਦਾ ਜਿਹੜਾ ਤੋੜ ਹੈ ਉਹਨੂੰ ਸਮਝਣ ਦੇ ਲਈ ਟਾਈਮ ਲੱਗਦਾ। ਇਸ ਲਈ ਅੱਜ ਸਾਨੂੰ ਜਿਹੜੀ ਕਹਾਣੀਆਂ ਨੇ ਸਾਨੂੰ ਸੁਣਾਈਆਂ ਜਾਂਦੀਆਂ ਨੇ, ਗੁਰੂ ਨਾਨਕ ਦੇਵ ਜੀ ਨੇ ਐਂ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਇੰਝ ਕੀਤਾ, ਉਹ ਸਾਨੂੰ ਕਿ ਅੱਜ ਉਹ ਕਹਾਣੀਆਂ ਤੇ ਸਾਨੂੰ ਜਲਦੀ ਵਿਸ਼ਵਾਸ ਹੋਣਾ ਸ਼ੁਰੂ ਹੋ ਗਿਆ। ਅਸੀਂ ਬਣ ਕੀ ਗਏ? ਅਸੀਂ ਹੁਣ ਸਾਧੂ ਸੰਤਾਂ ਦੀ ਖੋਜ ਕਿਵੇਂ ਕਰਨ ਲੱਗਣ? ਜਾਦੂਗਰਾਂ ਦੀ, ਕਿ ਕਿਤੋਂ ਜਾਦੂ ਹੋਊਗਾ, ਕਿਤੋਂ ਮੇਰੀ ਜ਼ਿੰਦਗੀ ਸੁਖੀ ਹੋ ਜਾਊਗੀ, ਮੈਨੂੰ ਧਨ ਮਿਲੂ, ਮੈਨੂੰ ਔਲਾਦ ਮਿਲੂ, ਮੈਨੂੰ ਯਸ਼ ਮਿਲੂ, ਮੈਨੂੰ ਮਾਣ ਮਿਲੂ। ਅਸੀਂ ਗੁਰਬਾਣੀ ਤੋਂ ਤਾਂ ਦੂਰ ਹੁੰਦੇ ਗਏ, ਸੱਚ ਤੋਂ ਤਾਂ ਦੂਰ ਹੁੰਦੇ ਗਏ। ਹਾਲਾਂਕਿ ਗੁਰਬਾਣੀ ਕੀ ਕਹਿੰਦੀ ਸੀ? ਗੁਰਬਾਣੀ ਇਹ ਕਹਿੰਦੀ ਸੀ, ਭਾਈ ਤੇਰੇ ਸਰੀਰਕ ਸੁੱਖਾਂ ਦੇ ਨਾਲ ਗੁਰਬਾਣੀ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰ। ਜਿਹੜੇ ਤੇਰੇ ਰੋਗ ਆ, ਅੰਦਰ ਦੇ ਰੋਗਾਂ ਨਾਲ ਗੱਲ ਕਰ, ਕਿਉਂਕਿ ਗੁਰਬਾਣੀ ਦਾ ਇੱਕੋ ਹੀ ਆਧਾਰ ਹੈ, ਆਤਮਾ ਤੋਂ ਸ਼ੁਰੂ ਹੋ ਕੇ ਪਰਮਾਤਮਾ ਤੱਕ ਦਾ। ਜਾਤ ਤੋਂ ਜੋਤ ਦਾ ਸਫ਼ਰ ਸਿਖਾਇਆ ਗਿਆ ਹੈ, ਜੋਤ ਤੋਂ ਜਾਤਾ ਦਾ ਸਫ਼ਰ ਸਮਝਾਇਆ ਗਿਆ। ਉਹਦੇ ਵਿੱਚ ਉਤੋਂ ਜਾਤ ਤੋਂ ਸੰਸਾਰ ਦਾ ਸਫ਼ਰ ਨਹੀਂ ਸਿਖਾਇਆ ਗਿਆ। ਸਾਨੂੰ ਕੀ ਸਿਖਾਇਆ ਜਾਂਦਾ? ਸਰੀਰ ਤੋਂ ਸੰਸਾਰ ਦਾ ਸਫ਼ਰ। ਨਹੀਂ, ਜੀਣ ਦੀ ਕਲਾ ਸਿੱਖੋ, ਤੈਨੂੰ ਜੀਣਾ ਆ ਜਾਊਗਾ। ਪਰ ਗੁਰਬਾਣੀ ਤਾਂ ਕਹਿੰਦੀ ਮਰਨਾ ਸਿੱਖ। ਜਿਸ ਮਰਨੇ ਤੇ ਜੱਗ ਡਰੇ, ਜੇ 100 ਵਰਿਆਂ ਜੀਵਣਾ ਅੰਤ ਖੇ ਦੀਖੇ। ਉਹ ਕੀ ਜੋੜ ਰਹੀ? ਉਹ ਤਾਂ ਕਹਿ ਰਹੀ ਮਰਨਾ ਸਿੱਖ। ਸਾਨੂੰ ਭਾਈ ਸਾਹਿਬ ਪ੍ਰਚਾਰਕ ਕੀ ਕਹਿੰਦੇ ਨੇ? ਜਿਉਣਾ ਸਿੱਖੋ। ਕਿਉਂ? ਕਿਉਂਕਿ ਅਸੀਂ ਜ਼ਿੰਦਗੀ ਨੂੰ ਸੱਚ ਮੰਨ ਲਿਆ, ਪਰ ਗੁਰਬਾਣੀ ਕਹਿੰਦੀ ਇਹ ਤੇਰਾ ਜੀਵਨ ਸੱਚ ਨਹੀਂ ਹੈ, ਇਹ ਝੂਠ ਹੈ। ਇਹ ਜੋ ਸੁਪਨਾ ਦੇਖ ਰਿਹਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਤ ਸੋ ਦੂਰ ਪਰ। ਜਿਹੜਾ ਛੱਡ ਜਾਣਾ ਤੂੰ, ਉਹ ਤੂੰ ਸੱਚ ਮੰਨੀ ਬੈਠਾ। ਤੇ ਸਾਨੂੰ ਕੀ ਸਿਖਾਇਆ ਜਾਂਦਾ? ਨਹੀਂ, ਇਹ ਜੋ ਦਿਖ ਰਿਹਾ ਸੱਚ ਹੈ, ਕੁਦਰਤ ਸੱਚ ਹੈ। ਜਿਹੜਾ ਗਿਆਨ ਨੇਤਰ ਨਾਲ ਅੰਦਰ ਦਿਖਣਾ, ਉਸ ਈਸ਼ਵਰ ਦੀ, ਉਸ ਏਕ ਓਂਕਾਰ ਦੀ ਗੱਲ ਕਰਦੀ ਹੈ ਗੁਰਬਾਣੀ। ਅਸੀਂ ਕਿਉਂ ਗੁਰੂਆਂ ਦੇ ਕਿਰਦਾਰ ਨੂੰ ਉਹ ਬਣਾ ਛੱਡਿਆ ਜਿਹੜਾ ਕਿ ਵਿਚਾਰ ਵਿੱਚ ਨਹੀਂ ਹੈ, ਜਿਹੜਾ ਕਿ ਗੁਰਬਾਣੀ ਵਿੱਚ ਨਹੀਂ ਹੈ? ਗੁਰਬਾਣੀ ਨੇ ਹਰ ਅੰਧ ਵਿਸ਼ਵਾਸ ਦਾ ਖੰਡਨ ਕੀਤਾ, ਦਿਨਾਂ ਵਾਰਾਂ ਦਾ ਖੰਡਨ ਕੀਤਾ। ਕੋਈ ਮੱਸਿਆ ਨਹੀਂ, ਪੁੰਨਿਆ ਨਹੀਂ, ਸੰਗਰਾਂਦ ਨਹੀਂ, ਜੋਤੀ ਜੋਤ ਦਿਵਸ ਨਹੀਂ, ਹਰ ਦਿਨ ਵਾਰ ਦਾ ਖੰਡਨ ਕੀਤਾ। ਮੱਥੇ ਟੇਕਣ ਦਾ ਖੰਡਨ ਕੀਤਾ ਕਿ ਭਾਈ ਜਗ੍ਹਾ ਥਾਵਾਂ ਤੇ ਮੱਥੇ ਨਾ ਟੇਕੋ। ਮੱਕੇ ਜਾ ਕੇ ਕਿਹਾ, ਸੀਸ ਨਵਾਈਏ ਕਿਆ ਥੀਏ, ਜੇ ਮਨੋਂ ਕੁਸੁੱਦੇ ਜਾਏ। ਬਹੁਤ ਅਜਿਹੀਆਂ, ਮੇਰੇ ਵਰਗਾ ਤਾਂ ਗੁਰਬਾਣੀ ਨੂੰ ਸਮਝ ਹੀ ਨਹੀਂ ਸਕਦਾ, ਜਿੰਨਾ ਡੂੰਘਾ ਸਮੁੰਦਰ ਹੈ। ਅਸੀਂ ਆਪਣੇ ਗੁਰੂਆਂ ਦੇ ਕਿਰਦਾਰ ਕੀ ਪੇਸ਼ ਕੀਤੇ ਆ? ਅਸੀਂ ਕਹਿੰਦੇ ਉਹ ਜਾਨੀ ਜਾਨ ਸੀ, ਉਹ ਜਦੋਂ ਜੀ ਕਰਦਾ ਸੀ ਉੱਡ ਕੇ ਹਵਾ 'ਚ ਚਲੇ ਜਾਂਦੇ ਸੀ, ਉਹਨਾਂ ਦਾ ਜਦੋਂ ਜੀ ਕਰਦਾ ਸੀ ਪਤਾਲ ਚਲ ਜਾਂਦੇ ਸੀ, ਅਸਮਾਨ ਚਲ ਜਾਂਦੇ ਸੀ, ਉਹ ਰੋਗ ਠੀਕ ਕਰ ਦਿੰਦੇ ਸੀ, ਉਹ ਕੋੜੀਆਂ ਦੇ ਕੋੜ ਠੀਕ ਕਰ ਦਿੰਦੇ ਸੀ, ਉਹ ਗੂੰਗਿਆਂ ਨੂੰ ਬੋਲਣ ਲਾ ਦਿੰਦੇ ਸੀ। ਪਰ ਗੁਰਬਾਣੀ ਤੇ ਕਹਿੰਦੀ ਨਹੀਂ, ਇਹ ਮਾਲਕ ਦੀ ਸਿਫਤ ਹੈ। ਗੁਰਬਾਣੀ ਕੀ ਮਾਲਕ ਦੀ ਸਿਫਤ ਹੈ, ਸਰੀਰ ਦੀ ਸਿਫਤ ਨਹੀਂ। ਇਹ ਜੋਤ ਦੀ ਸਿਫਤ ਵੀ ਨਹੀਂਗੀ, ਇਹ ਜਾਤਾ ਦੀ ਸਿਫਤ ਹੈ।
ਅਸੀਂ ਤਾਂ ਸਰੀਰ ਦੀ ਸਿਫਤ 'ਚ ਹੀ ਫਸ ਗਏ। ਜੋਤ ਜਗਾਈਏ, ਜੋਤ ਜਦੋਂ ਜੋਤ ਦੀ ਰੋਸ਼ਨੀ ਕਰਾਂਗੇ ਤਾਂ ਜਾਤਾਂ ਦੀ ਸਿਫਤ ਫਿਰ ਦਿਖਦੀ ਹੈ। ਇਸ ਨੂੰ ਗੁਰਬਾਣੀ ਹੀ ਕਹਿੰਦੀ, ਬਿਨ ਡਿਠਿਆ ਕਿਆ ਸਲਾਹੀਏ, ਸੁਣ ਵੱਡਾ ਆਖੇ ਸਭ ਕੋਈ। ਉਹ ਬਿਨਾਂ ਵੇਖੇ ਉਹਨੂੰ ਕੀ ਸਲਾਹ ਲੈਣਾ, ਸੁਣ ਸੁਣ ਕੇ ਆਖੀ ਜਾਣਾ ਵੱਡਾ ਕਿੰਨਾ, ਕਹਿੰਦੇ ਕੇਵੜ ਵੱਡਾ ਜੇ ਡੀਠਾ ਹੋਏ। ਵੇਖਿਆ, ਕਿਉਂਕਿ ਅਸੀਂ ਗੁਰਬਾਣੀ ਦੇ ਲੜ ਲੱਗੇ ਆ। ਪਰ ਸੱਚ ਕੀ ਆ, ਅਸੀਂ ਗੁਰਬਾਣੀ ਦੇ ਪਿੱਛੇ ਨਹੀਂ ਤੁਰੇ। ਲੜ ਲੱਗਣ ਦੀ ਇੱਕ ਉਦਾਹਰਨ ਦੇਵਾਂ। ਜਿਸ ਤਰ੍ਹਾਂ ਇੱਕ ਮੰਨ ਲਓ ਕਿ ਪਤੀ ਪਤਨੀ ਦਾ ਵਿਆਹ ਹੁੰਦਾ ਹੈ, ਉਹ ਰੀਤੀ ਰਿਵਾਜ ਕਰਦੇ ਨੇ, ਪੱਲਾ ਫੜਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਪਾਸੇ ਫੇਰੇ ਵੀ ਲੈਂਦੇ ਨੇ। ਉਹ ਲੜ ਤਾਂ ਲੱਗ ਗਈ, ਕੀ ਕਹਿੰਦੇ ਹੁੰਦੇ ਨੇ, ਤੇਰੇ ਪੈਂਡੇ ਮੈਂ ਲੱਗ ਗਈ, ਪੱਲੇ ਤੇਰੇ ਲੱਗ ਗਈ। ਉਹ ਲੜ ਲੱਗ ਗਈ ਆ। ਪਰ ਕੀ ਹੁਣ ਉਹ ਲੜ ਲੱਗਣ ਤੋਂ ਬਾਅਦ ਜਦੋਂ ਸਹੁਰੇ ਘਰ ਪਹੁੰਚੀ ਆ, ਕੀ ਹੁਣ ਉਹ ਸੱਚਮੁੱਚ ਪਤਨੀ ਬਣੀ ਆ, ਆਪਣੇ ਪਤੀ ਦੇ ਹੁਕਮ ਵਿੱਚ ਆ, ਆਪਣੇ ਪਤੀ ਦੇ ਕਦਮਾਂ ਤੇ ਉਸਨੇ ਚੱਲਣਾ ਸਿੱਖ ਲਿਆ। ਉਸ ਸਹੁਰੇ ਘਰ ਦੀ ਜੋ ਰੀਤ ਰਿਵਾਜ ਉਸ ਦੇ ਅਧੀਨ ਉਹਨੇ ਆਪਣੇ ਆਪ ਨੂੰ ਢਾਲ ਲਿਆ, ਕਿ ਸਿਰਫ ਲਾੜੀ ਲੱਗੀ ਸੀ ਉੱਥੇ ਜਾ ਕੇ ਫਿਰ ਆਪਣੀ ਹੀ ਚਲਾਈ ਆ, ਮਨਮਾਤੀ ਚਲਾਈ ਆ। ਰੋਜ਼ ਲੜਾਈ ਹੁੰਦੀ ਹੈ ਪਤੀ ਨਾਲ, ਰੋਜ਼ ਲੜਾਈ ਹੁੰਦੀ ਹੈ ਸੱਸ ਨਾਲ, ਤਾਂ ਲੜ ਲੱਗਣ ਦਾ ਫਾਇਦਾ ਕੀ। ਅਸੀਂ ਲੜ ਲੱਗ ਗਏ ਗੁਰੂ ਦੇ, ਕੋਈ ਸ਼ੱਕ ਨਹੀਂ। ਕਕਾਰ ਵੀ ਪਾ ਲਏ, ਅੰਮ੍ਰਿਤ ਵੀ ਛਕ ਲਿਆ, ਦਸਤਾਰ ਵੀ ਸਜਾ ਲਈ, ਲੜ ਲੱਗ ਗਏ। ਪਰ ਕੀ ਅਸੀਂ ਹੁਣ ਗੁਰੂ ਦੇ ਕਦਮਾਂ ਤੇ, ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਸਿੱਖਿਆ ਵਿੱਚ ਆਉਣਾ ਸਿੱਖ ਰਹੇ ਹਾਂ? ਆਪਣੀ ਚਲਾਉਣੀ ਬੰਦ ਕੀਤੀ, ਜਿਸ ਨੂੰ ਕਹਿੰਦੇ ਮਨ ਮਤ ਛੱਡੀ। ਅਸੀਂ ਕੀ ਸਿਖਾਉਣੇ? ਲੜ ਲੱਗੋ ਗੁਰੂ ਦੇ। ਲੜ ਲੱਗਣਾ ਕਿ ਸ਼ੁਰੂਆਤ ਹੈ, ਲੜ ਫੜੀਏ ਸਾਰੀ ਜ਼ਿੰਦਗੀ ਲਈ। ਕਿਵੇਂ ਫੜੀਏ? ਹੁਣ ਜਿਵੇਂ ਜਿਵੇਂ ਗੁਰੂ ਮੈਨੂੰ ਆਦੇਸ਼ ਕਰ ਰਿਹਾ, ਜਿਵੇਂ ਜਿਵੇਂ ਗੁਰਬਾਣੀ ਮੈਨੂੰ ਆਦੇਸ਼ ਕਰ ਰਹੀ ਹੈ, ਉਹ ਮੇਰੀ ਜ਼ਿੰਦਗੀ ਦਾ ਹਰ ਨਿਤ ਪ੍ਰਤੀ ਦਿਨ ਮੇਰਾ ਕਰਮ ਬਣ ਜਾਂਦਾ ਹੈ। ਹੁਣ ਮੈਂ ਰਜ਼ਾ 'ਚ ਆ ਜਾਣਾ ਆ, ਗੁਰੂ ਦੀ ਹੁਕਮ ਵਿੱਚ ਆ ਜਾਣਾ। ਮੇਰੀ ਮੈਂ ਨਹੀਂ ਚੱਲਣੀ ਹੁਣ, ਇੱਥੇ ਪੇਕਿਆਂ ਦਾ ਜ਼ੋਰ ਨਹੀਂ ਚੱਲਣਾ, ਨਾ ਮਨ ਮਤ ਦੀ ਗੱਲ ਚੱਲਣੀ। ਉਹ ਲੜ ਫੜਿਆ ਮੈਂ, ਹੁਣ ਘੁੱਟ ਕੇ ਫੜਿਆ ਹੈ। ਅਸੀਂ ਵੀ ਜਿੰਨਾ ਚਿਰ ਆਪਣੇ ਗਿਆਨ ਨੂੰ, ਵਿਚਾਰ ਨੂੰ ਸਮਝ ਵਿੱਚ ਨਹੀਂ ਲਿਆਂਦਾ, ਸਮਝ ਤੋਂ ਅਮਲ ਵਿੱਚ ਨਹੀਂ ਲਿਆਂਦਾ, ਅਮਲ ਤੋਂ ਅਨੁਭਵ ਨਹੀਂ ਕੀਤਾ, ਅੰਦਰੋਂ ਨਹੀਂ, ਜਿੰਨਾ ਚਿਰ ਸਾਡੀ ਕਮਾਈ 'ਚੋਂ ਵਿਚਾਰ ਨਹੀਂ ਪੈਦਾ ਹੋਈ, ਤੇ ਹਰ ਵਿਚਾਰ ਸਾਡੇ ਲਈ ਅਜੇ ਇੱਕ ਧੋਖਾ ਹੈ। ਕਿਉਂਕਿ ਇੱਥੇ ਇਹ ਨਹੀਂ ਕਹਿ ਸਕਦੇ ਕਿ ਗੁਰਬਾਣੀ ਕੱਚੀ ਆ, ਗੁਰਬਾਣੀ ਪੱਕੀ ਆ, ਪਰ ਅਸੀਂ ਸਮਝੀ ਕਿੰਨੀ ਆ, ਅਸੀਂ ਉਸ ਦਾ ਅਮਲ ਕਿੰਨਾ ਕੀਤਾ। ਕਿਉਂਕਿ ਅਮਲ ਤੋਂ ਬਿਨਾਂ ਉਸਨੇ ਪੱਕਣਾ ਨਹੀਂ। ਜਿਸ ਦੀ ਇੱਕ ਹੋਰ ਛੋਟੀ ਜੀ ਮੈਂ ਅਰਜ਼ ਕਰਾਂਗਾ, ਸ਼ਾਇਦ ਪਹਿਲਾਂ ਮੈਂ ਇੱਕ ਪ੍ਰਚਾਰ ਵਿੱਚ ਇਹ ਗੱਲ ਬੇਨਤੀ ਕਰ ਸਕਿਆ, ਕਿ ਕੋਈ ਬੰਦਾ ਸੀ ਵਿਚਾਰਾ, ਗਰੀਬ ਸੀ, ਦਿਹਾੜੀ ਲਗਾਉਂਦਾ ਸੀ, ਬੜੀ ਮੁਸ਼ਕਿਲ ਨਾਲ ਘਰ ਦਾ ਖਰਚਾ ਪਾਣੀ ਚੱਲਦਾ ਸੀ, ਥੋੜਾ ਬਹੁਤ ਪੜ੍ਹਿਆ ਲਿਖਿਆ ਸੀ। ਕਿਸੇ ਘਰੇ ਨੌਕਰੀ ਮਿਲ ਗਈ ਝਾੜੂ ਪੋਚੇ ਲਾਉਣ ਦੀ, ਨੌਕਰੀ ਕਰਦਾ ਸੀ। ਉੱਥੇ ਵੇਖਿਆ ਕਿ ਸ਼ੈਫ ਆ, ਬੜਾ ਐਜੂਕੇਟਡ ਸ਼ੈਫ ਆ, ਉਹ ਰੋਜ਼ ਇੱਕ ਕਿਤਾਬ ਤੋਂ ਰੈਸਪੀ ਪੜ੍ਹਦਾ ਤੇ ਬਣਾਉਂਦਾ ਮਜ਼ੇ ਨਾਲ, ਉਹਨੂੰ ਵੀ ਰੋਟੀ ਮਿਲ ਜਾਂਦੀ, ਸਾਨੂੰ ਬੜਾ ਮਜ਼ਾ ਆਉਣਾ। ਉਹਨੇ ਪੁੱਛਿਆ ਸ਼ੈਫ ਨੂੰ, ਭਾਈ ਸਾਹਿਬ ਮੈਂ ਕਿਤਾਬ ਲੈ ਜਾ? ਕਹਿੰਦਾ ਇਹ ਤਾਂ ਨਹੀਂ ਚਲੇ, ਤਾਂ ਜੇ ਮੇਰੀ ਆਪਣੀ ਮੈਂ ਕਰਨੀ, ਤੈਨੂੰ ਇੱਕ ਹੋਰ ਦੇ ਦਿੰਦਾ, ਬਹੁਤੇ ਵੀ ਇਹ ਕੁਛ ਹੀ। ਠੀਕ ਆ ਭਾਈ। ਉਹ ਮਨ ਮਤ ਲੈ ਆ ਕਰੇ, ਘਰੇ ਲੈ ਆ, ਘਰਦਿਆਂ ਨੂੰ ਕਹਿੰਦਾ ਲਓ ਜੀ ਕੱਲ ਤੋਂ ਮੇਰਾ ਕੰਮ ਤੇ ਜਾਣਾ ਬੰਦ ਆ, ਆਪਣਾ ਮਸਲਾ ਸੀ ਰੋਟੀ ਦਾ ਮਸਲਾ ਮੈਂ ਹੱਲ ਕਰ ਲਿਆ ਹੈ, ਤੁਸੀਂ ਹੁਣ ਜੋ ਵੀ ਚਾਹੋਗੇ ਉਹ ਤੁਹਾਨੂੰ ਇੱਥੇ ਘਰੇ ਬੈਠਿਆ ਹੀ ਖਾਣ ਨੂੰ ਮਿਲੂਗਾ। ਉਹ ਕਿਵੇਂ? ਸਵੇਰੇ ਦੱਸੂਗਾ। ਸਵੇਰੇ ਤੁਸੀਂ ਸਾਰਿਆਂ ਨੇ 2:30-3 ਵਜੇ ਉੱਠਣਾ, ਨਹਾਉਣਾ ਆ, ਧੋਣਾ ਆ, ਤੇ ਮੈਂ 4 ਵਜੇ ਕੰਮ ਸ਼ੁਰੂ ਕਰੂੰਗਾ, ਤੇ ਤੁਹਾਨੂੰ ਫਿਰ ਉਦੋਂ ਪੁੱਛੋ ਕਿੱਥੋਂ ਆਉਣਾ। ਠੀਕ ਆ ਜੀ। ਸਾਰਿਆਂ ਦਾ ਚਾਅ ਬੜਾ ਸੀ, ਨਵਾਂ ਨਾਤੇ ਧੋਤੇ, ਪਤਾ ਨਹੀਂ ਕੀ ਮਿਲੂਗਾ ਹੁਣ ਜੀ। ਨਹਾ ਧੋ ਕੇ, ਸਿਰ ਢੱਕ ਕੇ, ਐਨ ਸਾਫ਼ ਸਫਾਈ ਕਰਕੇ ਕਮਰੇ 'ਚ ਬਹਿ ਕੇ ਉਹ ਮਹਾਂਪੁਰਖ ਜੀ ਅੰਦਰੋਂ ਨਿਕਲੇ, ਕਿਤਾਬ ਖੋਲੀ, ਬੜੇ ਅੰਤਰ ਧਿਆਨ, ਬੜੇ ਮਜ਼ੇ ਨਾਲ, ਸਵਾਦ ਲੈ ਕੇ, ਸਮਝਾਉਣ ਦੇ ਤਰੀਕੇ ਦੇ ਨਾਲ, ਐਨ ਸੁਰ ਲਾ ਕੇ
ਰੈਸਪੀ ਪੜ੍ਹੀ, ਇੱਕ ਖਾਣਾ ਬਣਾਉਣ ਦੀ ਵਿਧੀ ਇੱਕ ਸੀ, ਕੋਈ ਵੀ ਪੜ੍ਹੀ। ਉੱਥੇ ਅੱਧਾ ਘੰਟਾ ਲੱਗਾ, ਪੌਣਾ ਘੰਟਾ ਲੱਗਾ, ਬੜੇ ਪਿਆਰ ਨਾਲ ਦੁਬਾਰਾ ਬੋਲ ਕੇ ਰਿਪੀਟ ਕਰਕੇ ਸਮਝਾਉਂਦਾ ਰਿਹਾ। ਸਾਰਿਆਂ ਨੇ ਸੁਣੀ ਬੜੇ ਧਿਆਨ ਨਾਲ, ਬੜੇ ਖੁਸ਼ ਹੋਏ, ਕਿਉਂਕਿ ਵਿਚਾਰ ਮਨ 'ਚ ਸੀ ਨਾ, ਪਤਾ ਨਹੀਂ ਕੀ ਨਿਕਲਣਾ ਅੰਦਰੋਂ ਹੁਣ। ਚਲੋ ਜੀ, ਉਹਨੇ ਅੱਧਾ ਘੰਟਾ ਲਾਇਆ, 1 ਘੰਟਾ ਲਾਇਆ ਉਹਨੇ। ਚਲੋ ਜੀ, ਉਹ ਕਿਤਾਬ ਕੀਤੀ ਬੰਦ, ਸਤਿਕਾਰ ਸਹਿਤ। ਉਹਨੇ ਨਿਸ਼ਾਨੀ ਰੱਖਤੀ, ਕੱਲ ਨੂੰ ਇੱਥੋਂ ਪੜ੍ਹੂੰਗਾ ਜਾਂ ਸ਼ਾਮ ਨੂੰ ਇੱਥੋਂ ਪੜ੍ਹੂੰਗਾ। ਬੜੇ ਪ੍ਰੇਮ ਨਾਲ ਉਹਨੂੰ ਢੱਕ ਕੇ ਕਵਰ ਕਰਕੇ ਪਾਸੇ ਰੱਖ ਦਿੱਤੀ। ਕਹਿੰਦਾ ਲਓ ਜੀ, ਡਕਾਰ ਮਾਰੋ। ਕਾਹਦਾ ਜੀ? ਲੈ, ਤੁਹਾਨੂੰ ਸਵਾਦ ਨਹੀਂ ਆਇਆ? ਆਇਆ, ਫਿਰ ਕੀ ਲੋੜ? ਡਕਾਰ ਵਾਲਾ ਸਵਾਦ ਨਹੀਂ ਆਇਆ, ਕਹਿੰਦੇ ਕਲਪਨਾ ਵਾਲਾ ਸਵਾਦ ਆਇਆ। ਕਿਵੇਂ? ਤੁਸੀਂ ਬੋਲ ਰਹੇ, ਸਾਡੇ ਦਿਮਾਗ 'ਚ ਕਲਪਨਾਵਾਂ ਬਣ ਰਹੀਆਂ ਸੀ। ਹਾਂ ਦੇਖੋ ਇੰਝ ਹੁੰਦਾ, ਹਾਂ ਦੇਖੋ ਇੰਝ ਹੁੰਦਾ, ਹਾਂ ਦੇਖੋ ਸਵਾਦ ਹੈ, ਤੜਕਾ ਲਾਉਣਾ, ਐ ਕਰਨਾ, ਇਹ ਕਰਨਾ, ਵਾਹ ਜੀ ਪਰੋਸਤਾ, ਇੰਝ ਸਜਾਓ, ਇੰਝ ਫਿਰ ਕਰੋ। ਉਹ ਕਲਪਨਾ 'ਚ ਬੜਾ ਸਵਾਦ ਸਾਨੂੰ ਆਇਆ, ਪਰ ਸਾਡਾ ਢਿੱਡ ਨਹੀਂ ਭਰਿਆ, ਕਿਉਂਕਿ ਕਲਪਨਾ ਨਾਲ ਢਿੱਡ ਨਹੀਂ ਭਰਨਾ। ਤੁਹਾਡਾ ਭਰ ਗਿਆ ਜੀ, ਤੁਸੀਂ ਪੜ੍ਹਿਆ ਸੀ। ਉਹ ਵੀ ਸੋਚੇ ਨਹੀਂ, ਤੇ ਫਿਰ ਕਿਉਂਕਿ ਗਿਆਨ ਨੇ ਕਲਪਨਾ ਤਾਂ ਬਣਾਤੀ, ਪਰ ਕਲਪਨਾ ਕਦੋਂ ਸੱਚ ਹੋਣੀ ਸੀ? ਹੁਣ ਮੈਂ ਉਸ ਗਿਆਨ ਦੀ ਸ਼ੁਰੂਆਤ ਕਰਮ ਨਾਲ ਕਰਦਾ ਭਾਈ। ਜਿਵੇਂ ਜਿਵੇਂ ਉਹਨੇ ਕਿਹਾ ਵੀ ਗੰਡੇ ਕੱਟੋ, ਆਹ ਚੀਜ਼ ਪਾਓ, ਇੰਨਾ ਸਮਾਂ ਲਾਓ, ਤੇਲ ਪਾਓ, ਅੱਗ ਬਾਲੋ, ਉਹ ਮੈਨੂੰ ਨਾਲ ਨਾਲ ਕਰਮ ਕਰਨਾ ਪੈਣਾ। ਜਦੋਂ ਮੈਂ ਕਲਪਨਾ ਤੋਂ ਹਟ ਕੇ ਉਸ ਨੂੰ ਪੜ੍ਹ ਕੇ ਸੁਣ ਕੇ ਹਕੀਕਤ ਵਿੱਚ ਲਿਆਵਾਂਗਾ, ਫਿਰ ਉਹਨੂੰ ਜਦੋਂ ਜ਼ੁਬਾਨ ਤੇ ਰੱਖਾਂਗਾ, ਸਵਾਦ ਤਾਂ ਫਿਰ ਪਤਾ ਲੱਗੂ ਨਾ ਕਿ ਮੇਰਾ ਜਿਹੜਾ ਕੰਮ ਹੈ ਇਹ ਸਹੀ ਹੋਇਆ ਵੀ ਕਿ ਨਹੀਂ ਹੋਇਆ। ਕਿਤੇ ਬੇਸਵਾਦੀ ਤਾਂ ਨਹੀਂ ਬਣ ਗਈ ਸਬਜ਼ੀ। ਬੇਸਵਾਦੀ ਬਣੀ ਫਿਰ ਮੈਨੂੰ ਅਭਿਆਸ ਕਰਨਾ ਪਊਗਾ, ਫਿਰ ਬੇਸਵਾਦੀ ਬਣੀ ਫਿਰ ਅਭਿਆਸ ਕਰੂੰਗਾ। ਜਦੋਂ ਮੈਂ ਤੇ 4-5 ਵਾਰੀ ਅਭਿਆਸ ਕਰੂੰਗਾ ਤੇ ਇੱਕ ਦਿਨ ਆਪੇ ਸਵਾਦ ਵਾਲੀ ਬਣੇਗੀ, ਤੇ ਸਵਾਦ ਵਾਲੀ ਮੈਨੂੰ ਆਨੰਦ ਦਊਗੀ, ਨਾਲੇ ਮੇਰਾ ਢਿੱਡ ਭਰੂਗੀ। ਉਹ ਕੀ ਸੀ? ਅਮਲ, ਅਭਿਆਸ ਔਰ ਅਨੁਭਵ। ਤੇ ਜਦੋਂ ਉਸਨੇ ਉਹ ਰੈਸਪੀ ਨੂੰ ਪੂਰੀ ਪਰਫੈਕਸ਼ਨ ਨਾਲ ਸਿੱਖ ਲਿਆ, ਹੁਣ ਉਸਨੂੰ ਕਿਤਾਬ ਦੀ ਲੋੜ ਨਹੀਂ ਗੀ, ਕਿਉਂਕਿ ਹੁਣ ਵਿਚਾਰ ਉਹਦੀ ਬਣ ਚੁੱਕੀ ਆ। ਉਹਨੇ ਵਿਚਾਰ ਕਿਤਾਬ ਚੋਂ ਚੁਰਾਈ ਆ ਜਾਂ ਸੁਣੀ ਜ਼ਰੂਰ ਹੈ, ਪਰ ਉਹਨੇ ਹੁਣ ਅਭਿਆਸ ਕੀਤਾ ਆ, ਤੇ ਹੁਣ ਜਿਹੜੀ ਵਿਚਾਰ ਉਹਦੇ ਅੰਦਰ ਪੱਕ ਗਈ ਆ, ਉਹਨੂੰ ਹੁਣ ਕਿਸੇ ਵੀ ਕਿਤਾਬ ਦੀ ਜਾਂ ਕਿਸੇ ਵੀ ਸੁਣਨ ਦੀ ਲੋੜ ਨਹੀਂ ਰਹੀ। ਅੱਜ ਅਸੀਂ ਆਪਣੇ ਅੰਦਰ ਝਾਤੀ ਮਾਰੀ, ਅਸੀਂ ਤਾਂ ਅੱਜ ਵੀ ਵਿਚਾਰਾਂ ਸੁਣੀ ਪੜ੍ਹੀ ਜਾ ਰਹੇ ਹਾਂ, ਅਪਣਾਈਆਂ ਕਿੱਥੇ ਆ? ਅੱਜ ਅਸੀਂ ਅਪਣਾਈਆਂ ਹੀ ਨਹੀਂ। ਸਾਨੂੰ ਇਹ ਆਪਣੀ ਕਰਨੀ ਵਿੱਚ ਲਿਆਉਣਾ ਪੈਣਾ, ਭਾਵ ਅਮਲ ਵਿੱਚ। ਇਲਮ ਜਦੋਂ ਅਮਲ ਬਣੂਗਾ, ਅਮਲ ਵਿੱਚੋਂ ਫਿਰ ਇਲਮ ਉੱਠੂਗਾ। ਜਦੋਂ ਇਹ ਬਾਹਰੀ ਇਲਮ ਸਾਡਾ ਅਮਲ ਬਣੇਗਾ, ਭਾਵ ਕਿਰਦਾਰ ਬਣੇਗਾ। ਜਦੋਂ ਵਿਚਾਰ ਕਿਰਦਾਰ ਬਣੇਗੀ ਤੇ ਕਿਰਦਾਰ ਦੇ ਵਿੱਚੋਂ ਫਿਰ ਵਿਚਾਰ ਪੈਦਾ ਹੋਵੇਗੀ। ਉਹ ਵਿਚਾਰ ਭਗਤੀ ਦੀ ਕਮਾਈ ਹੈ, ਉਹ ਸੱਚ ਦੀ ਕਮਾਈ ਆ। ਜਿੰਨਾ ਚਿਰ ਉੱਥੇ ਨਹੀਂ ਅਸੀਂ ਪਹੁੰਚ ਪਾਉਂਦੇ, ਅਸੀਂ ਮੁਹਤਾਜ ਹਾਂ, ਅਸੀਂ ਗੁਲਾਮ ਹਾਂ ਤੀਰਥਾਂ ਦੇ, ਬਾਣਿਆਂ ਦੇ, ਬੋਲਾਂ ਦੇ। ਜਿਵੇਂ ਸਾਨੂੰ ਕਿਸੇ ਨੇ ਕਹਿ ਦਿੱਤਾ, ਉੱਥੇ ਅਸੀਂ ਗੁਲਾਮ ਹਾਂ, ਕਿਉਂਕਿ ਅਸੀਂ ਖੁਦ ਤਜਰਬਾ ਨਹੀਂ ਕੀਤਾ। ਅਸੀਂ ਵਿਚਾਰ ਕਰੀਏ, ਅਸੀਂ ਜੇ ਆਪਣੇ ਗੁਰੂਆਂ ਪੀਰਾਂ ਦਾ ਕਿਰਦਾਰ ਪਹਿਚਾਨਣਾ ਨਾ, ਕਿੰਨੇ ਕੁ ਯੋਧਾ ਸੀ, ਪੁਰਸ਼ ਸੀ, ਜਾਂ ਕਿਹੋ ਜਿਹੇ ਬਲੀ ਸੀ, ਕਿੰਨੇ ਗਿਆਨੀ ਸੀ, ਕਿਉਂ ਕੀ ਕਰਦੇ ਸੀ, ਤਾਂ ਉਹਨਾਂ ਦੀ ਗੁਰਬਾਣੀ ਪੜ੍ਹੀਏ, ਉਹਨਾਂ ਦੀ ਹੱਥ ਲਿਖਤ ਪੜ੍ਹੀਏ। ਇਹ ਨਹੀਂ ਕਿ ਕਿਸੇ ਨੇ ਕਹਾਣੀਆਂ ਬਣਾਈਆਂ ਹੋਈਆਂ ਨੇ, ਉਹਨੂੰ ਅਸੀਂ ਸੱਚ ਮੰਨੀ ਜਾਈਏ। ਇੱਥੋਂ ਤਾਂ ਫਿਰ ਇਹ ਆਊ ਵੀ ਸਾਡੇ ਗੁਰੂਆਂ ਦੀ ਵੀ ਫਿਰ ਕਹਿਣੀ ਤੇ ਕਰਨੀ 'ਚ ਫਰਕ ਹੈ, ਕਿ ਜੋ ਸਾਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਉਹ ਹੋਰ ਨੇ, ਪਰ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਗੁਰਬਾਣੀ ਉਹ ਹੋਰ ਹੈ। ਪਰ ਇਹ ਤਾਂ ਨਾਮੁਮਕਿਨ ਹੈ ਕਿ ਇੰਨੇ ਉੱਚੇ ਅਹੁਦੇ ਤੇ ਪਹੁੰਚ ਕੇ ਵੀ ਜੇ ਉਹਨਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਸੀ, ਤੇ ਫਿਰ ਤਾਂ ਨਿਰੰਕਾਰ ਦੀ ਗੱਲ ਹੀ ਨਹੀਂ ਕਰ ਸਕਦੇ ਸੀ। ਉਹ ਤਾਂ ਏਕ ਓਂਕਾਰ ਦੀ ਗੱਲ ਹੀ ਨਾ ਕਰ ਸਕਦੇ। ਫਿਰ ਅਸੀਂ ਵਿਚਾਰ ਪੜ੍ਹੀਏ, ਫਿਰ ਗੁਰੂਆਂ ਦਾ ਸਤਿਕਾਰ ਆਊਗਾ। ਇਹ ਜਨਮ ਦਿਹਾੜੇ ਮਨਾਉਣ ਦੇ ਨਾਲ, ਇਹ ਤੀਰਥਾਂ ਤੇ ਜਾਣ ਨਾਲ, ਇੱਥੇ ਗੁਰੂ ਮਹਾਰਾਜ ਜੀ ਆਏ ਸੀ, ਇੱਥੇ ਪੰਜਾ ਲਾਇਆ ਸੀ, ਆਹ ਮਹਾਰਾਜ ਦੀ ਕਿਰਪਾਨ ਆ, ਆਹ ਮਹਾਰਾਜ ਦਾ ਚੋਲਾ, ਇਹਦੇ ਨਾਲ ਗੁਰੂਆਂ ਦਾ ਸਤਿਕਾਰ ਨਹੀਂ ਹੋਣਾ। ਉਹਦੇ ਨਾਲ ਕੀ ਹੋ ਜਾਏਗਾ? ਜਿਵੇਂ ਕਹਿੰਦੇ ਆ, ਇੱਕ ਪੇਂਟਰ ਆ ਬਹੁਤ ਤਕੜਾ,
ਉਹਦੀ ਇੰਨੀ ਕੁ ਜ਼ਿਆਦਾ ਹੱਥ ਵਿੱਚ ਸਫਾਈ ਆ ਕਿ ਉਹ ਬੰਦੇ ਨੂੰ ਸਾਹਮਣੇ ਬਿਠਾ ਕੇ ਹੂ ਬਹੂ ਉਹਦੇ ਵਰਗੀ ਪੇਂਟਿੰਗ ਬਣਾ ਦਿੰਦਾ। ਤੇ ਉਹਦੀ ਜੇ ਕਲਮ, ਉਹਦੇ ਜੇ ਰੰਗ, ਉਹਦੇ ਜੇ ਬ੍ਰਸ਼, ਉਹਦੀ ਜੇ ਕੁਰਸੀ ਸਾਡੇ ਹੱਥ ਆ ਜੇ, ਅਸੀਂ ਬਣਾ ਲਾਂਗੇ। ਸਾਨੂੰ ਗੁਣ ਸਿੱਖਣਾ ਪੈਣਾ। ਸਾਨੂੰ ਕਿੱਧਰ ਲਾਤਾ? ਚੋਲੇ ਪੂਜੋ, ਕਿਰਪਾਨਾਂ ਪੂਜੋ, ਜੋੜੇ ਪੂਜੋ, ਇਹ ਗੁਰੂਆਂ ਦੇ ਜੋੜੇ ਨੇ, ਆ ਕੰਧਾਂ ਪੂਜੋ। ਉਹਨਾਂ ਗੁਰੂਆਂ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਤੇ ਔਰ ਪੱਕਾ ਤਰੀਕਾ ਕਿਹੜਾ? ਉਹਨਾਂ ਦੀ ਸਿੱਖਿਆ ਨੂੰ ਅਮਲ ਵਿੱਚ ਲੈ ਕੇ ਆਣਾ। ਇਹੀ ਉਹ ਸਿਖਾ ਰਹੇ ਨੇ, ਅਮਲ ਵਿੱਚ ਲੈ ਕੇ ਉਹ ਸਾਡੀ ਸਿੱਖਿਆ ਨੂੰ। ਜੇ ਗੁਰੂਆਂ ਨੂੰ ਜਿੰਦਾ ਸਰੂਪ ਵਿੱਚ ਵੇਖਣਾ ਚਾਹੁੰਦੇ ਆ, ਜਿਹਨੂੰ ਗੁਰਬਾਣੀ ਕਹਿੰਦੀ ਪ੍ਰਤੱਖ ਗੁਰੂ ਨਿਸਤਾਰੇ, ਪਰ ਕਦੋਂ? ਗੁਰਬਾਣੀ ਕਹੇ ਸੇਵਕ ਜਨ ਮਾਨੇ। ਅਸੀਂ ਜਦੋਂ ਇਸ ਵਿਚਾਰ ਦਾ ਰਾਹ ਫੜਾਂਗੇ ਨਾ, ਫਿਰ ਸਾਨੂੰ ਅਸਲੀ ਕਿਰਦਾਰ ਦਾ ਪਤਾ ਲੱਗੂਗਾ, ਫਿਰ ਅਸਲੀ ਤਾਕਤ ਪਤਾ ਲੱਗੂ ਗੁਰੂਆਂ ਦੇ ਗਿਆਨ ਦੀ। ਫਿਰ ਸਾਨੂੰ ਚਾਅ ਆਊਗਾ ਕਿ ਅੱਜ ਮੈਂ ਗੁਰੂ ਵਰਗਾ ਬਣਨਾ ਹੈ, ਅੱਜ ਮੈਂ ਆਪਣੇ ਗੁਰੂ ਵਰਗਾ ਬਣਨਾ ਹੈ। ਕਿਉਂਕਿ ਹੁਣ ਮੈਂ ਵਿਚਾਰ ਦੀ ਰਾਹ ਫੜੀ ਆ, ਮੈਂ ਕਹਾਣੀਆਂ ਕਿੱਸਿਆਂ ਦੀ ਰਾਹ ਛੱਡ ਦਿੱਤੀ ਆ। ਅੱਜ ਅਸੀਂ ਸਮਾਗਮ ਸੁਣੀਆਂ ਕਿੱਥੇ? ਕਹਾਣੀਆਂ, ਚਮਤਕਾਰ, ਜਾਦੂ, ਅਚੰਭਿਤ ਗੱਲਾਂ, ਤੇ ਜਾਂ ਜੇ ਵਿਚਾਰਾਂ ਸੁਣੀਏ ਤੇ ਅਸੀਂ ਇੱਕ ਦੂਜੇ ਤੇ ਚਿੱਕੜ ਸੁੱਟਣ ਰਹੇ ਹੋਏ ਆ। ਉਹਨੇ ਇੰਝ ਕੀਤਾ, ਉਹਦੀ ਇੱਕ ਦੂਸਰੇ ਦੀ ਬੁਰਾਈ। ਇੱਕ ਭਾਈ ਸਾਹਿਬ ਉੱਠਦੇ ਦੂਸਰੇ ਪ੍ਰਚਾਰਕ ਦੀ ਬੁਰਾਈ, ਇੱਕ ਪ੍ਰਚਾਰਕ ਉੱਠਦਾ ਦੂਸਰੇ ਭਾਈ ਸਾਹਿਬ ਦੀ ਬੁਰਾਈ, ਉਹਦੇ ਸਮਾਗਮ ਦੀ ਬੁਰਾਈ, ਉਹਦੇ ਸੰਤ ਦੀ ਬੁਰਾਈ, ਉਹਦੀ ਕਰਨੀ ਦੀ ਬੁਰਾਈ। ਪਰ ਗੁਰਬਾਣੀ ਤੇ ਸਿਖਾਉਂਦੀ ਨੇ, ਜੋ ਜਾਣੇ ਆਪਸ ਕੋ ਨੀਚਾ ਸੋ ਹੀ ਗਣੀਏ ਸਭ ਤੇ ਉੱਚਾ। ਕਿੱਥੇ ਕਿਰਦਾਰ ਇਹ? ਸਿੱਖ ਦਾ ਮਨ ਨੀਵਾਂ ਮਤ ਉੱਚੀ ਆ, ਇਹ ਆ ਕਿਰਦਾਰ। ਪਰ ਇੱਥੇ ਤਾਂ ਮਨ ਮੇਰੇ ਹਾਥੀ ਬਣਿਆ ਨਾ, ਅਹੰਕਾਰ। ਤੂੰ ਮੈਨੂੰ ਗੱਲ ਕਰਕੇ ਜਾਵੇਂ ਕਿੱਥੇ? ਤੇਰੇ ਕੋਲੇ ਗਿਆਨ ਕਿੱਥੇ ਹੈ? ਮੇਰੇ ਨਾਲ ਬਹਿਸ ਕਰ ਲਾ, ਮੇਰੇ ਨਾਲ ਤਰਕ ਕਰ ਲਾ, ਮੇਰੇ ਨਾਲ ਵਿਚਾਰ ਕਰ ਲਾ, ਮੈਂ ਹੀ ਸਭ ਤੋਂ ਸਿਆਣਾ। ਇਹ ਤਾਂ ਸਿੱਖੀ ਸਰੂਪ ਹੀ ਨਹੀਂ। ਇਹਦਾ ਮਤਲਬ ਕਿ ਭਾਂਡਾ ਫੁਦਕਦਾ ਕਿਉਂ ਭਰਿਆ ਨਹੀਂ? ਘੜੇ ਨੂੰ ਜਦੋਂ ਨਦੀ ਵਿੱਚ ਸੁੱਟ ਦਈਏ ਨਾ, ਉਹ ਉਹਨਾਂ ਚਿਰ ਡੁਗ 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 ਕਰਦਾ ਜਿੰਨਾ ਚਿਰ ਉਹਦੇ ਪਾਣੀ ਬਾਹਰ ਆ। ਜਦੋਂ ਪਾਣੀ ਘੜੇ ਦੇ ਅੰਦਰ ਭਰਨ ਲੱਗ ਜੇ ਨਾ, ਤੇ ਘੜਾ ਸੱਜੇ ਸੱਜੇ ਬੈਠਦਾ 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 ਸਮੁੰਦਰ ਦੇ, ਦਰਿਆ ਦੇ, ਨਦੀ ਤੇ ਤਲ ਵਿੱਚ ਚਲੇ ਜਾਂਦਾ। ਟੱਪ ਟਪਈਆ ਕਿਉਂ ਆ? ਕਿਉਂਕਿ ਬਾਹਰ ਪਾਣੀ ਤਾਂ ਬਹੁਤ ਹੈ, ਬਾਹਰ ਤਾਂ ਗਿਆਨ ਬਹੁਤ ਹੈ, ਬਾਹਰ ਗੱਲਾਂ ਬਹੁਤ ਹੈ, ਪਰ ਮੇਰੇ ਅੰਦਰ ਨਹੀਂ ਹੈਗਾ। ਕਿਉਂਕਿ ਅੰਦਰ ਭਰਿਆ ਹੁੰਦਾ ਤੇ ਮੈਂ ਹਿੱਲਣੋਂ ਹਟ ਜਾਂਦਾ। ਕਿਰਦਾਰ, ਸਿੱਖੀ ਇੱਕ ਕਿਰਦਾਰ ਹੈ। ਸਿੱਖ ਇੱਕ ਕਿਰਦਾਰ ਹੈ, ਇਬਾਦਤ ਇੱਕ ਕਿਰਦਾਰ ਹੈ, ਖਾਲਸਾ ਇੱਕ ਕਿਰਦਾਰ ਹੈ, ਭਗਤੀ ਇੱਕ ਕਿਰਦਾਰ ਹੈ। ਚੇਲਾ ਜਿਹਨੂੰ ਕਹਿੰਦੇ ਉਹ ਕਿਰਦਾਰ ਹੈ, ਸਿੱਸ਼ਾ ਜਿਹਨੂੰ ਕਹਿੰਦੇ ਇੱਕ ਕਿਰਦਾਰ ਹੈ। ਉਹ ਵਿਚਾਰ ਹੀ ਨਹੀਂ ਕੱਲੀ। ਅਸੀਂ ਵਕੀਲ ਚੰਗਾ ਕਿਹਨੂੰ ਕਹਿੰਦੇ ਆ? ਜਿੰਨੇ ਲਾ ਬੜੀ 100% ਕੀਤੀ ਆ, ਜਿਹਦਾ ਕੋਰਟ ਵਿੱਚ ਕਿਰਦਾਰ ਚੰਗਾ ਆ। ਅਸੀਂ ਕਹਿੰਦੇ ਵੀ ਕਿਰਦਾਰੀ ਕਿਹੜਾ ਆ? ਹਾਂਜੀ, ਡਾਕਟਰ ਕਿਹੜਾ? ਜਿਹਨੇ ਬਹੁਤ ਡਿਪਲੋਮੇ ਡਿਗਰੀਆਂ ਕੀਤੀਆਂ ਹੋਈਆਂ ਪਰ ਉਹਦਾ ਕਿਰਦਾਰ ਨਹੀਂ ਚੰਗਾ, ਭਾਵ ਕਿ ਉਹਦੇ ਗੁਣ ਨਹੀਂ ਚੰਗੇ, ਉਹਨੂੰ ਡਾਕਟਰ ਚੰਗਾ ਕਿਵੇਂ ਕਵਾਂਗੇ? ਡਰਾਈਵਰ ਕਿਵੇਂ? ਹਰ ਚੀਜ਼ ਦਾ ਵੇਖੋ ਅਸੀਂ ਕਿਰਦਾਰ ਵੇਣੇ। ਯੋਧਾ ਕਿਹਨੂੰ ਕਹਿੰਦੇ? ਕਿਰਦਾਰ। ਕਿਰਪਾਨ ਗਲ ਚ ਪਲੀ ਪਰ ਚਲਾਉਣੀ ਨਹੀਂ ਆਉਂਦੀ, ਬੰਦੂਕ ਡੱਬ ਵਿੱਚ ਚਲਾਉਣੀ ਨਹੀਂ ਆਉਂਦੀ। ਕਿਰਦਾਰ ਤੋਂ ਤਾਂ ਕੱਚਾ ਹੀ ਆ। ਸਿੱਖ ਕਿਰਦਾਰ, ਸਿੱਖੀ ਕਿਰਦਾਰ, ਖਾਲਸਾ ਕਿਰਦਾਰ, ਗੁਰਬਾਣੀ ਕਿਰਦਾਰ, ਗਿਆਨ ਕਿਰਦਾਰ। ਇਹ ਚੀਜ਼ਾਂ ਸਾਡੇ ਕਿਰਦਾਰ ਵਿੱਚ ਹੋਣੀਆਂ ਚਾਹੀਦੀਆਂ ਹਨ। ਕਿਰਦਾਰ ਕਮਾਈ ਹੈ, ਕਿਰਦਾਰ ਪਰਖ ਹੈ। ਕਿਰਦਾਰ ਸਿਖਾਉਂਦਾ ਆ ਸਾਨੂੰ, ਆਪਣਾ ਅਭਿਆਸ ਸਿਖਾਉਂਦਾ ਹੈ ਸਾਨੂੰ। ਅਸੀਂ ਸੁਣ ਸੁਣ ਕੇ ਝੂਮਣ ਲੱਗ ਪੈਂਦੇ। ਕਈ ਸਤਸੰਗ ਰੋਂਦੇ ਨੇ ਬੈਠਦੇ, ਅੱਖਾਂ ਚੋਂ ਵਗਦਾ ਪਾਣੀ, ਪਰ ਉੱਥੇ ਕੀ ਵਗਦਾ? ਅੰਦਰੋਂ ਤਾਂ ਵਗਦਾ ਹੀ ਨਹੀਂ ਪਿਆ। ਅੱਖਾਂ ਰੋਣ ਦਾ ਕੀ? ਉਹਨੇ ਕਹਿੰਦਾ ਹਿਰਦਾ ਰੋਵੇ। ਤੇ ਹਿਰਦਾ ਨਿਰਮਲ ਤਾਂ ਹੋਊਗਾ
ਜੋ ਗੁਰਬਾਣੀ ਦੇ ਨਾਲ ਹਿਰਦਾ ਜੋੜਿਆ ਤੇ, ਕਿਉਂਕਿ ਮੈਲਾ ਤਾਂ ਹਿਰਦਾ ਹੀ ਆ, ਤਨ ਥੋੜੀ ਮੈਲਾ ਹੈ। ਮੈਲ ਤਾਂ ਹਿਰਦੇ ਵਿੱਚ ਆ, ਧੋਣਾ ਤਾਂ ਹਿਰਦਾ ਆ, ਚਮਕਾਉਣਾ ਤਾਂ ਹਿਰਦਾ ਆ, ਰੱਬ ਨੂੰ ਜਪਣਾ ਤਾਂ ਹਿਰਦੇ ਨਾਲ ਆ। ਤੇ ਜਦੋਂ ਹਿਰਦਾ ਗੁਰੂ ਨਾਲ ਜੋੜਾਂਗੇ ਤੇ ਨਿਰਮਲਤਾ ਫੇਰ ਹੀ ਆਊਗੀ। ਨਿਰਮਲਤਾ ਤਾਂ ਹੀ ਆਉਣੀ ਆ। ਤਾਂ ਗੁਰੂ ਪਿਆਰੇ, ਆਪਣੇ ਅੰਦਰ ਅਸੀਂ ਵਿਚਾਰ ਕਰੀਏ। ਵਿਚਾਰ, ਮੈਂ ਇਹ ਨਹੀਂ ਕਹਿੰਦਾ ਕਿ ਮੇਰੀਆਂ ਵਿਚਾਰਾਂ ਬੜੀਆਂ ਉੱਚੀਆਂ ਨੇ, ਸੁੱਚੀਆਂ ਨੇ। ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਉਹ ਐਡੇ ਵੱਡੇ ਮਹਾਂਪੁਰਖ ਦਸਮੇਸ਼ ਪਿਤਾ ਦਸਵੇਂ ਪਾਓ ਕੀ ਕਿਹਾ ਕਿ ਭਾਈ ਤੇਰਾ ਬਖਾਨ ਹੈ, ਮੈਂ ਨਹੀਂ ਕੁਛ ਵੀ ਕਿਹਾ। ਤੇ ਮੇਰੀ ਕੀ ਔਕਾਤ ਹੈ, ਸਾਡੀ ਕੀ ਔਕਾਤ ਹੈ? ਇਹ ਉਸ ਮਾਲਕ ਦੀ ਮਰਜ਼ੀ ਹੈ। ਪਰ ਮੇਰਾ ਅਨੁਭਵ ਜਿੰਨਾ ਕੁ ਗੁਰੂ ਮਾਰੀ ਦੀ ਬਖਸ਼ੀ ਸਦਕਾ ਕਿ ਕਿਰਦਾਰ ਅਸੀਂ ਸੁਧਾਰੀਏ, ਆਪਣੇ ਕਿਰਦਾਰ ਨੂੰ ਸੁਧਾਰੀਏ, ਆਪਣੀ ਕਰਨੀ ਵਾਲੀ ਵਿਚਾਰ ਨੂੰ ਸੁਧਾਰੀਏ। ਸੁਣੀ ਜਾਂ ਸਮਝੀ ਜਾਂ ਸਿੱਖੀ ਜਾਂ ਪੜ੍ਹੀ ਹੋਈ ਕਹਿੰਦੇ ਵਿਚਾਰ ਨੂੰ ਨਾ ਅਸੀਂ ਹਜੇ ਆਪਣਾ ਕਹੀਏ। ਜਾਂਦੇ ਜਾਂਦੇ ਇੱਕ ਛੋਟੀ ਜੀ ਹੋਰ ਇੱਕ ਆਖਰ ਤੇ ਬੇਨਤੀ ਕਰਾਂਗਾ ਕਿ ਵਿਚਾਰ ਕਿਰਦਾਰ ਕਿਸ ਤਰ੍ਹਾਂ ਦਾ। ਉਦਾਹਰਨ ਦੇ ਤੌਰ ਤੇ ਮੈਂ ਕਿਸੇ ਗਰਮ ਇਲਾਕੇ ਵਿੱਚ ਬੈਠਾ, ਮੈਂ ਜਾਂ ਮੰਨ ਲਓ ਕਹਾਂ ਕਿ ਮੈਂ ਹਿੰਦੁਸਤਾਨ 'ਚ ਬੈਠਾ, ਇੱਕ ਬੰਦਾ ਬਾਹਰ ਦਾ ਫੋਰਨ ਘੁੰਮਿਆ ਜਾਂ ਕੈਨੇਡਾ ਘੁੰਮਿਆ ਜਾਂ ਅਮਰੀਕਾ ਘੁੰਮਿਆ, ਉਹਨੇ ਉੱਥੇ 10 ਸਾਲ ਜਾਂ 15 ਸਾਲ ਉੱਥੇ ਬਤੀਤ ਕੀਤੇ ਨੇ। ਉਹ ਆਇਆ ਉੱਥੋਂ ਘੁੰਮ ਫਿਰ ਕੇ ਮੈਨੂੰ ਮਿਲ ਪਿਆ, ਮੁਲਾਕਾਤ ਹੋਈ। ਉਹਨੇ ਮੈਨੂੰ ਕੈਨੇਡਾ ਅਮਰੀਕਾ ਦੀ ਸਾਰੀ ਹਿਸਟਰੀ ਸੁਣਾਈ। ਉੱਥੇ ਸਿਟੀ ਇਹੋ ਜਿਹੀਆਂ, ਉੱਥੇ ਬਰਫ਼ ਪੈਂਦੀ ਆ, ਉੱਥੇ ਇਹੋ ਜਿਹੇ ਕਾਨੂੰਨ ਨੇ, ਇਹੋ ਜਿਹੇ ਲਾਅ ਨੇ, ਇਹੋ ਜਿਹੇ ਆਰਡਰਸ ਨੇ, ਇਹੋ ਜਿਹੇ ਲੋਕ ਨੇ। ਮੈਂ ਸਾਰਾ ਕੋਈ ਰੀਝ ਨਾਲ ਸਿੱਖ ਲਿਆ। ਤੇ ਹੁਣ ਮੈਂ ਲੋਕਾਂ ਦੇ ਪ੍ਰਭਾਵ ਕੀ ਪਾਉਣਾ ਪਿਆ। ਦੇਖੋ, ਮੈਂ ਵੀ ਕੈਨੇਡਾ ਅਮਰੀਕਾ ਘੁੰਮਿਆ, ਕਿਵੇਂ ਮੈਂ ਸਾਰਾ ਕੁਝ ਉਹਨਾਂ ਨੂੰ ਸੁਣਾ ਦਿੰਦਾ। ਉਹ ਮੰਨ ਜਾਂਦੇ ਨੇ, ਹਾਂ ਜੀ ਸੱਤ ਹੈ ਜੀ, ਤੁਸੀਂ ਸੱਚ ਹੀ ਘੁੰਮਿਆ ਜੀ। ਪਰ ਮੇਰਾ ਜ਼ਮੀਰ ਤਾਂ ਜਾਣਦਾ ਨਾ ਕਿ ਮੈਂ ਤਾਂ ਗੱਲਾਂ ਸੁਣੀਆਂ ਨੇ ਜਾਂ ਪੜ੍ਹੀਆਂ ਨੇ, ਮੈਂ ਵੇਖਿਆ ਨਹੀਂ। ਬਸ ਇਹ ਕਿਰਦਾਰ ਹੈ ਬੱਚਿਓ। ਗੁਰੂ ਪਿਆਰਿਓ, ਆਪਣੇ ਉੱਪਰ ਨਿਗਾਹ ਰੱਖਣੀ ਕੀ ਮੇਰੀ ਜਿਹੜੀ ਕਰਨੀ ਹੈ ਸੱਤ ਦੀ ਹੈ। ਜਿੰਨਾ ਮੈਂ ਈਸ਼ਵਰ ਦਾ, ਵਾਹਿਗੁਰੂ ਦਾ ਵਿਆਖਿਆਨ ਕਰ ਰਿਹਾ, ਮੇਰਾ ਸੁਣਿਆ ਆ, ਮੇਰਾ ਪੜ੍ਹਿਆ ਹੈ, ਜਾਂ ਸੱਚਮੁੱਚ ਮੈਂ ਉਸ ਨੂੰ ਮਹਿਸੂਸ ਕੀਤਾ ਜਾਂ ਮੈਂ ਵੇਖ ਲਿਆ ਹੈ। ਆਪਣੇ ਪ੍ਰਤੀ ਇਮਾਨਦਾਰ ਹੋਣਾ ਹੀ ਭਗਤੀ ਦਾ ਸਿੱਟਾ ਹੈ, ਭਗਤੀ ਦਾ ਸੰਦੇਸ਼ ਹੈ। ਸਮਾਜ ਪ੍ਰਤੀ ਨਹੀਂ, ਆਪਣੇ ਪ੍ਰਤੀ। ਇਸ ਨੀਅਤ ਨੂੰ ਜਾਗਰੂਕ ਕਰਨਾ, ਆਪਣੇ ਅੰਦਰੂਨੀ ਰੂਪ ਦੇ ਪ੍ਰਤੀ ਸੱਚੇ ਹੋਣਾ, ਆਪਣੇ ਗੁਰੂ ਪ੍ਰਤੀ ਸੱਚੇ ਹੋਣਾ, ਆਪਣੇ ਮਾਲਕ ਦੇ ਪ੍ਰਤੀ ਸੱਚੇ ਹੋਣਾ। ਉਹ ਸਾਨੂੰ ਹਰ ਕਿਸੇ ਨੂੰ ਆਪਣੇ ਜ਼ਮੀਰ ਦਾ, ਆਪਣੇ ਅੰਤਰ ਮਨ ਦੀ ਆਵਾਜ਼ ਦਾ ਪਤਾ ਹੁੰਦਾ ਕਿ ਮੈਂ ਅੰਦਰੋਂ ਕਿੰਨਾ ਸੱਚਾ ਹੈ। ਇਹ ਸੱਚ ਬਿਨਾਂ ਕਿਰਦਾਰ ਤੋਂ ਨਹੀਂ ਆਉਣਾ। ਕਿਰਦਾਰ ਬੇਹੱਦ ਜ਼ਰੂਰੀ ਹੈ। ਇਸ ਕਰਕੇ ਗੁਰੂ ਪਿਆਰਿਓ, ਇਹ ਵਿਚਾਰ ਦੀ ਸਾਂਝ ਕਬੂਲ ਕਰਿਓ ਜੀ। ਕਿਆ ਸੁਣਿਆ ਮੇਰਾ ਮਾਫ ਕਰਨਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।